ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਾਈ ਪੀਰ ਜਿਤ ਕਿਤਹੁ ਤੇ ਨਰ ਪਹੁੰਚੇ ਸਮੁਦਾਇ। ਜੰਗਲ ਮਹਿ ਮੰਗਲ ਕਰਿਓ ਕਲਗੀ ਧਰ ਹਰ ਖਾਏ। ਭਾਈ ਪੀਰ ਜਿਤ ਕਿਤਹੁ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਅੰਦਰ ਨਾਵੇਂ ਪਾਤਸ਼ਾਹ ਧਰਮ ਰੱਖਿਅਕ ਸ਼ਹੀਦ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਪਾਤਸ਼ਾਹੀ ਨੌਵੀਂ ਵਿਖੇ ਐਤਵਾਰ ਦੇ ਦਿਹਾੜੇ ਮਹਾਰਾਜ ਸਾਹਿਬ ਦੇ ਅਸਥਾਨਾਂ ਦੇ ਜੋ ਦਰਸ਼ਨ ਦਿਦਾਰੇ ਕਰਕੇ ਯਾਤਰਾ ਕਰਕੇ ਸੰਧਿਆ ਦੇ ਸਮੇਂ ਦੇ ਸਜੇ ਹੋਏ ਦੀਵਾਨਾਂ ਵਿੱਚ ਗੁਰੂ ਇਤਿਹਾਸ ਦੇ ਕਥਾ ਸਰਵਣ ਕਰਨ ਦੇ ਲਈ ਜੁੜ ਮਿਲ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਉਹੀ ਸਮਾਂ ਸਫਲਾ ਜਿਹੜਾ ਗੁਰੂ ਲੇਖੇ ਲੱਗੇ। ਧੰਨ ਸਵੇਲਾ ਘੜੀ ਧੰਨ ਧੰਨ ਮੂਰਤ ਪਲਸਾਰ ਧੰਨ ਸੋ ਦਿਨ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਜਿਸ ਸਮੇਂ ਮਹਾਰਾਜ ਦੇ ਦਰਬਾਰ ਦੇ ਦਰਸ਼ਨ ਹੁੰਦੇ ਹਨ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਉਹ ਮੂਰਤ ਘੜੀ ਪਲ ਸਾਰ ਦਿਨ ਦਿਹਾੜਾ ਸਭ ਕੁਝ ਸਫਲੇ ਸਭ ਪਵਿੱਤਰ ਹੀ ਪਵਿੱਤਰ। ਆਓ ਗਰੀਬ ਨਵਾਜ਼ ਸਤਿਗੁਰਾਂ ਦੀ ਬਖਸ਼ਿਸ਼ ਹੋ ਰਹੀ ਹੈ। ਗਰੀਬ ਨਵਾਜ਼ ਸਤਿਗੁਰਾਂ ਦੇ ਪਰਮ ਪਵਿੱਤਰ ਇਤਿਹਾਸ ਨੂੰ ਸਰਵਣ ਕਰਨ ਦੇ ਵਾਸਤੇ ਇਕਾਗਰਤਾ ਬਖਸ਼ੀਏ, ਜਿਸ ਦੇ ਅੰਦਰ ਸਾਹਿਬੇ ਕਮਾਲ ਸ਼ਮਸ਼ੇਰੇ ਬਹਾਦਰ ਪੰਥ ਦੇ ਵਾਲੀ ਚਿੱਟੀਆਂ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਪ੍ਰਸੰਗ ਆਪਾਂ ਸਰਵਣ ਕਰਾ ਰਹੇ ਹਾਂ। ਪਿਛਲੇ ਸਮੇਂ ਦੌਰਾਨ ਆਪ ਜੀ ਨੇ ਇੱਥੋਂ ਤੱਕ ਸਾਖੀ ਸਰਵਣ ਕੀਤੀ ਹੈ ਕਿ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨਾਹਨ ਰਿਆਸਤ ਵਿੱਚ ਪਹੁੰਚੇ ਹਨ। ਮੇਦਨੀ ਪ੍ਰਕਾਸ਼ ਨੇ ਆਪਣੇ ਘਰੇ ਗੁਰਾਂ ਦਾ ਉਤਾਰਾ ਕਰਾਇਆ ਹੈ। ਇੱਕ ਦਿਨ ਤੇ 2 ਰਾਤਾਂ ਸਾਹਿਬ ਜੀ ਇਹਦੇ ਕੋਲ ਰਹੇ ਹਨ। ਕਹਿੰਦਾ ਮਹਾਰਾਜ ਆਪਣੇ ਜਿੱਥੇ ਵੀ ਚਿੱਤ ਕਰੇ ਠਹਿਰਨ ਵਾਸਤੇ ਧਰਤੀ ਵੇਖ ਗਏ ਤੇ ਆਪ ਮਹਾਰਾਜ ਜੀ ਉੱਥੇ ਨਗਰ ਵਸਾਓ। ਸ਼ਿਕਾਰ ਖੇਡਣ ਵਾਸਤੇ ਜਿੱਥੇ ਮਹਾਰਾਜ ਚਿੱਤ ਕਰੇ ਉੱਥੇ ਆਪ ਸ਼ਿਕਾਰ ਖੇਡਣ ਵਾਸਤੇ ਜਾਓ। ਐਵੇਂ ਮਹਾਰਾਜ ਕਹਿੰਦੇ ਵੀ ਤੂੰ ਸਾਡੇ ਨਾਲ ਹੀ ਚੱਲ ਹਾਂ। ਤਿਆਰੀ ਕਰਕੇ ਫੌਜਾਂ ਲੈ ਕੇ ਦਲ ਲੈ ਕੇ ਤੇ ਗਰੀਬ ਨਵਾਜ਼ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰੂ ਜੀ ਨਾਲ ਚੱਲੇ ਨੇ ਤੇ ਨਾਲ ਹੀ ਇਹਦੀ ਫੌਜ ਚੱਲ ਪਈ ਹੈ। ਸ਼ਿਕਾਰ ਖੇਡਦੇ ਜਾ ਰਹੇ ਹਨ ਮਹਾਰਾਜ ਸਾਹਿਬ ਜੀ ਤੇ ਸ਼ਿਕਾਰ ਖੇਡਦਿਆਂ ਹੋਇਆਂ ਕਈ ਕੌਤਕ ਕਰ ਰਹੇ ਨੇ। ਤਰ੍ਹਾਂ ਤਰ੍ਹਾਂ ਦਾ ਬਾਗ ਜੰਗਲ ਹੈ, ਕਈ ਤਰ੍ਹਾਂ ਦੇ ਜੰਗਲ ਦੇ ਵਿੱਚ ਪੰਛੀ ਹਨ, ਕਈ ਤਰ੍ਹਾਂ ਦੇ ਉਹਦੇ ਵਿੱਚ ਜਾਨਵਰ ਹਨ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਕੇ ਸੂਰਮੇ ਸ਼ਿਕਾਰ ਖੇਡਦੇ ਨੇ। ਰਾਜਾ ਪੁੱਛਦਾ ਮਹਾਰਾਜ ਜੇ ਕੋਈ ਜਗ੍ਹਾ ਪਸੰਦ ਹੋਵੇ ਤਾਂ ਦੱਸਿਓ। ਬੜੀਆਂ ਉੱਚੀਆਂ ਨੀਵੀਆਂ ਥਾਵਾਂ ਮਹਾਰਾਜ ਨੇ ਫਿਰ ਤੁਰ ਕੇ ਵੇਖੀਆਂ ਪਰ ਕੋਈ ਸਤਿਗੁਰਾਂ ਦੇ ਪਸੰਦ ਨਹੀਂ ਆਈ।
ਜਿਹੜੇ ਭੇਤੀ ਨੇ ਉਸ ਇਲਾਕੇ ਦੇ, ਉਹ ਗੁਰਾਂ ਨੂੰ ਨਾਲ ਨਾਲ ਦੱਸਦੇ ਨੇ ਵੀ ਮਹਾਰਾਜ ਇੱਧਰ ਜੰਗਲ ਹੈ, ਇੱਧਰ ਪਹਾੜ ਹੈ। ਫਿਰ ਇੱਧਰ ਮਹਾਰਾਜ ਨਦੀ ਵਹਿੰਦੀ ਜਮਨਾ ਦੇ ਕੰਢੇ ਆਏ। ਜਮਨਾ ਬੜੀ ਸੋਹਣੀ ਵਗ ਰਹੀ ਮਹਾਰਾਜ ਸਾਹਿਬ ਜੀ ਨੂੰ ਲੱਗੀ, ਤੇ ਧੰਨ ਗੁਰੂ ਕਲਗੀਧਰ ਮਹਾਰਾਜ ਜਮਨਾ ਦੇ ਕੰਢੇ ਕੰਢੇ ਕਿੰਨੀ ਦੂਰ ਤੀਕਰ ਨਾਲ ਹੀ ਵਿਚਰਦੇ ਆਏ। ਫਿਰ ਇੱਕ ਜਗ੍ਹਾ ਪਸੰਦ ਆਈ ਜਿੱਥੇ ਮਹਾਰਾਜ ਨੇ ਰਾਜੇ ਨੂੰ ਕਿਹਾ ਵੀ ਆਹ ਜਗ੍ਹਾ ਸਾਡੀ ਪਸੰਦ ਹੈ, ਵੀ ਇੱਥੇ ਅਸੀਂ ਪੜਾਅ ਕਰਾਂਗੇ, ਇੱਥੇ ਟਿਕਾਣਾ ਕਰਾਂਗੇ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹੁਕਮ ਦੇ ਨਾਲ ਜਿੰਨੇ ਵੀ ਸਿੰਘ ਸਿੱਖ ਨਾਲ ਸਨ, ਉਹਨਾਂ ਵੀ ਆਪਣੇ ਘੋੜੇ ਉੱਤੇ ਬੰਨ੍ਹਤੇ। ਮਗਰੋਂ ਹੋਰ ਵੀ ਜਿਹੜਾ ਵਹੀਰ ਸੀ ਮਹਾਰਾਜ ਦਾ, ਜਿਹਦੇ ਉੱਤੇ ਸਾਜੋ ਸਮਾਨ ਲੱਦਿਆ, ਗੱਡੇ ਊਠ, ਉਹ ਵੀ ਆਣ ਪਹੁੰਚੇ ਨੇ। ਸਭ ਸੂਰਮਿਆਂ ਨੇ ਘੋੜਿਆਂ ਦੇ ਅਗਾੜੇ ਪਛਾੜੇ ਕੱਸ ਕੇ ਆਪੋ ਆਪਣੇ ਬੱਗੀਆਂ, ਆਪੋ ਆਪਣੇ ਤੰਬੂ ਕੱਸਲੇ ਲਾ ਲਏ। ਕਤਾਰਾਂ ਦੇ ਵਿੱਚ, ਲਾਈਨਾਂ ਦੇ ਵਿੱਚ ਸਾਰਿਆਂ ਨੇ ਲੱਗ ਕੇ ਇੱਕ ਰੰਗ ਦੇ ਘੋੜੇ, ਇੱਕ ਇੱਕ ਕਤਾਰ 'ਚ ਇੱਕ ਰੰਗ ਦੇ ਇੱਕੇ 'ਚ ਲਾ ਕੇ ਜਮਨਾ ਦੇ ਕੰਢੇ ਕੰਢੇ 'ਤੇ ਪੜਾਅ ਕਰ ਲਿਆ। ਰਾਜਾ ਆਪ ਵੇਖਣ ਗਿਆ ਮੇਦਨੀ ਪ੍ਰਕਾਸ਼ ਕਿ ਸਾਰੇ ਥਾਂ ਥਾਈਂ ਸੋਹਣਾ ਟਿਕ ਗਏ ਨੇ। ਫਿਰ ਰਾਤ ਬਤੀਤ ਹੋਈ ਤੋਂ ਅਗਲੇ ਦਿਨ ਮਹਾਰਾਜ ਦੇ ਹਜ਼ੂਰ ਆਇਆ ਤਾਂ ਕਲਗੀਧਰ ਕਹਿਣ ਲੱਗੇ ਵੀ ਰਾਜਾ, ਰਾਜਨੀਤੀ ਦੀ ਗੱਲ ਇਹ ਹੈ ਵੀ ਜਿਹੜੇ ਸੂਰਮੇ ਹੁੰਦੇ ਨੇ ਨਾ, ਇਹਨਾਂ ਦੇ ਡੌਲੇ ਫਰਕਦੇ ਹੀ ਰਹਿੰਦੇ ਆ, ਕਿਤੇ ਨਾ ਕਿਤੇ ਭੇੜ ਪਾ ਹੀ ਲੈਂਦੇ ਕਿਸੇ ਨਾਲ। ਸੂਰਮੇ ਜਿਹੜੇ ਹਨ ਇਹ ਹਟ ਨਹੀਂ ਸਕਦੇ ਜੰਗ ਕਰਨੋਂ, ਤੇ ਇਉਂ ਕਰੀਏ ਵੀ ਇੱਥੇ ਜੰਗ ਯੁੱਧ ਵੀ ਹੋ ਸਕਦਾ ਏ, ਤੇ ਆਲੇ ਦੁਆਲੇ ਕਿਉਂ ਨਾ ਹੋਵੇ ਵੀ ਵੱਡੀ ਕੰਧ ਬਣਾ ਕੇ ਤੇ ਕਿਲ੍ਹਾ ਜਿਹਾ ਬਣਾ ਲਿਆ ਜਾਵੇ। ਕਹਿੰਦਾ ਮਹਾਰਾਜ 7 ਵਚਨ ਜਿਵੇਂ ਤੁਸੀਂ ਕਹਿੰਦੇ ਇੱਦਾਂ ਹੀ ਹੋਵੇਗਾ। ਮੇਰੀ ਫੌਜ ਵੀ ਤੁਹਾਡੇ ਇਸ ਕਾਰਜ ਵਿੱਚ ਮਦਦ ਕਰੇਗੀ। ਜਿੱਥੋਂ ਕਿੱਥੋਂ ਨਗਰਾਂ 'ਚੋਂ ਕਾਰੀਗਰ ਮਜ਼ਦੂਰ ਵੀ ਜਿਹੜੇ ਹਨ ਮਹਾਰਾਜ ਮੰਗਾ ਲੈਂਦੇ ਆ। ਇਵੇਂ ਗੁਰੂ ਕਲਗੀਧਰ ਮਹਾਰਾਜ ਸਾਹਿਬ ਦੀ ਆਗਿਆ ਦੇ ਨਾਲ ਰਾਜੇ ਨੇ ਜਿੱਥੋਂ ਕਿੱਥੋਂ ਵੀ ਸਭ ਕਾਰੀਗਰਾਂ ਨੂੰ ਬੁਲਾਇਆ ਹੈ। ਗੁਰੂ ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਹੁਕਮ ਦੇ ਨਾਲ ਜਿਵੇਂ ਉਹ ਨਗਰ ਵਸਣ ਲੱਗਾ ਏ, ਆਲੇ ਦੁਆਲੇ 4 ਚੁਫੇਰੇ ਕਿਲ੍ਹੇ ਦੀ ਸ਼ਕਲ ਦੀ ਕੰਧ ਜਿਵੇਂ ਪੱਥਰਾਂ ਦੀ ਕਰਦੇ ਨੇ। ਇਹ ਇੱਥੋਂ ਤੱਕ ਕੱਲ੍ਹ ਆਪਾਂ ਸਾਖੀ ਸੁਣੀ ਹੈ, ਜਿਵੇਂ ਹੁਣ ਇਹ ਗੜੀ ਤਿਆਰ ਹੁੰਦੀ ਜਿਵੇਂ ਨਗਰ ਵਸਦਾ ਹੈ। ਇਹ ਕਲਗੀਧਰ ਮਹਾਰਾਜ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ। ਇਹ ਪ੍ਰਸੰਗ ਆਪਾਂ ਅੱਜ ਸਰਵਣ ਕਰਾਂਗੇ। ਆਓ ਦਸਮ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਦੇ ਪਾਵਨ ਚਰਨ ਕਮਲਾਂ ਦਾ ਧਰੀਏ ਧਿਆਨ। ਰਸਨਾ ਕਰੋ ਪਵਿੱਤਰ ਸਾਰੀ ਸੰਗਤ ਲਵਾਓ ਹਾਜ਼ਰੀ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਾਈ ਪੀਰ ਜਿਤ ਕਿਤੋਂ ਤੇ। ਇਸ ਤਰ੍ਹਾਂ ਜਿੱਥੇ ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਆ ਕੇ ਜਮਨਾ ਦੇ ਕਿਨਾਰੇ 'ਤੇ ਟਿਕਾਣਾ ਕੀਤਾ ਹੈ, ਮਹਾਰਾਜ ਨਗਰ ਵਸਾਉਣ ਲੱਗੇ ਨੇ। ਰਾਜੇ ਦੇ ਵੀ ਸਿਪਾਹੀ, ਨਗਰਾਂ ਦੇ ਕਾਰੀਗਰ, ਮਜ਼ਦੂਰ ਆਉਣੇ ਸ਼ੁਰੂ ਹੋ ਗਏ, ਜਿਸ ਕਰਕੇ ਭਈ ਭੀਰ ਜਿਤ ਕਿਤ ਕਿਤ ਹੋਣ। ਜਿੱਥੋਂ ਕਿੱਥੋਂ ਕਹਿੰਦੇ ਸਭ ਨਗਰਾਂ ਥਾਵਾਂ ਤੋਂ ਜਿਹੜੇ ਮਨੁੱਖ ਆਏ ਹਨ, ਉਹਨਾਂ ਸਾਰਿਆਂ ਦੀ ਬੜੀ ਭਾਰੀ ਭੀੜ ਜਮਨਾ ਦੇ ਕਿਨਾਰੇ 'ਤੇ ਲੱਗੀ, ਬਹੁਤ ਭਾਰੀ। ਕਹਿੰਦੇ ਵੀ ਮੇਲ ਇਕੱਠਾ ਹੋ ਗਿਆ। ਆ ਸਮੁਦਾਇ ਸਮੂਹ ਜਿਹੜੇ ਕਾਰੀਗਰ ਸਨ, ਕੋਈ ਮਜ਼ਦੂਰ ਸਨ, ਸਾਰੇ ਹੀ ਜਮਨਾ ਦੇ ਕੰਢੇ ਦੇ ਉੱਤੇ ਪਹੁੰਚ ਗਏ। ਗੱਲ ਕੀ ਕਵੀ ਜੀ ਕਹਿੰਦੇ ਜੰਗਲ ਸੀ ਜਿੱਥੇ ਕੋਈ ਆਉਂਦਾ ਜਾਂਦਾ ਨਹੀਂ ਸੀ, ਪਰ ਧੰਨ ਗੁਰੂ ਕਲਗੀਧਰ ਮਹਾਰਾਜ ਨੇ ਉੱਥੇ ਹੀ ਮੰਗਲਮਈ ਕੌਤਕ ਕਰ ਦਿੱਤੇ ਨੇ। ਜੰਗਲ 'ਚ ਹੀ ਮਹਾਰਾਜ ਨੇ ਖੁਸ਼ੀਆਂ ਖੇੜੇ ਵਸਾ ਦਿੱਤੇ ਨੇ। ਜੰਗਲਾਂ ਨੂੰ ਆਬਾਦ ਕਰਕੇ ਮਹਾਰਾਜ ਨੇ ਸੋਹਣਾ ਖੁਸ਼ੀ ਵਾਲਾ ਥਾਂ ਬਣਾ ਦਿੱਤਾ। ਦਸਮ ਪਾਤਸ਼ਾਹ ਖੁਸ਼ ਹੋਏ, ਕਹਿੰਦੇ ਜਿਹੜੀ ਧਰਤੀ 'ਤੇ ਉਹ ਧਰਤੀ ਆਬਾਦ ਕਰਤੀ। ਭਾਵੇਂ ਉਜਾੜ ਸੀ, ਕੋਈ ਨਹੀਂ ਸੀ ਆਉਂਦਾ ਡਰਦਾ ਉੱਧਰ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਜਾੜ ਦੇ ਵਿੱਚ ਨਗਰ ਬੰਨ੍ਹਿਆ ਹੈ। ਵੇਖੋ ਹੁਣ ਤੀਕਰ ਉਹ ਸ਼ਹਿਰ ਦੇ ਰੂਪ ਦੇ ਵਿੱਚ ਵਸ ਰਿਹਾ। ਹੁਣ ਤੀਕਰ ਉੱਥੇ ਮੰਗਲ ਲੱਗੇ ਨੇ ਜਿੱਥੇ ਗੁਰੂ ਕਲਗੀਧਰ ਮਹਾਰਾਜ ਦੀ ਬਖਸ਼ਿਸ਼ ਹੋਈ ਹੈ।
ਇਤ ਕੋਟ ਚਿਨਾਮ ਚਾਹੇ ਧਰੀ। ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਕਿਲ੍ਹਾ ਬਣਾਉਣ ਵਾਸਤੇ ਚਾਨਣਾ ਪ੍ਰਗਟ ਕੀਤੀ ਸੀ ਰਾਜੇ ਮੇਦਨੀ ਪ੍ਰਕਾਸ਼ ਨੂੰ ਵੀ ਇੱਥੇ ਅਸੀਂ ਕਿਲ੍ਹਾ ਬਣਾਉਣਾ ਚਾਹੁੰਦੇ ਹਾਂ, ਵੀ ਆਲੇ ਦੁਆਲੇ ਕੋਈ ਓਟ ਆਸਰਾ ਕਰਨਾ ਚਾਹੁੰਦੇ ਹਾਂ। ਕਲਗੀਧਰ ਆਏ ਸੇਵ ਕਰੀ। ਇਸ ਤਰ੍ਹਾਂ ਜਦੋਂ ਚਾਨਣਾ ਰੱਖ ਕੇ ਗੁਰੂ ਕਲਗੀਧਰ ਮਹਾਰਾਜ ਜੀ ਨੇ ਆਗਿਆ ਕੀਤੀ, ਹੁਕਮ ਕੀਤਾ ਪਾਤਸ਼ਾਹ ਨੇ। ਜਦੋਂ ਰਾਜ ਮਿਸਤਰੀ ਵੀ ਬਹੁਤੇ ਆ ਗਏ, ਮਜ਼ਦੂਰ ਬਹੁਤ ਨਰ ਇਕੱਠੇ ਹੋ ਗਏ, ਤਾਂ ਸਤਿਗੁਰਾਂ ਨੇ ਹੁਕਮ ਕੀਤਾ, ਜਿਹੜੇ ਲਾਂਗਰੀ ਸਿੱਖ ਸਨ, ਕਹਿੰਦੇ ਵੀ 1000 ਰੁਪਈਆ ਲੈ ਕਰਕੇ ਤੇ ਹੁਣੇ ਹੀ ਕਹਿੰਦੇ ਵੀ ਤੁਸੀਂ ਆਪ ਲਿਓ 1000 ਕਰਾਹ ਕਰੋ ਤੇ 1000 ਰੁਪਈਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ। ਹੁਣ ਦੇ ਸਮੇਂ ਨਾਲ ਵੇਖੋਗੇ 1000 ਥੋੜ੍ਹਾ ਲੱਗੇਗਾ, ਪਰ ਉਦੋਂ ਦਾ ਇੱਕ ਇੱਕ ਪੈਸੇ ਦਾ ਬੜਾ ਭਾਰੀ ਮੁੱਲ ਆਉਂਦਾ ਸੀ। ਪੈਸੇ ਦਾ ਬੜਾ ਖੁੱਲ੍ਹਾ ਸਮਾਨ। ਉਸ ਵੇਲੇ 1000 ਦਾ ਸਮਝੋ ਵੀ ਜਿਵੇਂ ਹੁਣ ਕਿ ਲੱਖਾਂ ਦਾ ਹੀ ਕੜਾਹ ਪ੍ਰਸ਼ਾਦ ਬਣਾਵੇ ਨਾ ਖੁੱਲ੍ਹਾ, ਇਵੇਂ 1000 ਦੇ ਵਿੱਚ ਹੀ ਇੰਨੀ ਰਸਤ ਬਸਤ ਆਉਂਦੀ ਸੀ। ਦਸਮ ਪਾਤਸ਼ਾਹ ਕਹਿੰਦੇ ਵੀ ਮਜ਼ਦੂਰ, ਕਾਰੀਗਰ, ਫੌਜ ਦੋਵਾਂ ਦਲਾਂ ਦੀ, ਇੱਧਰ ਸਾਡਾ ਦਲ ਹੈ, ਉੱਧਰੋਂ ਮੇਦਨੀ ਪ੍ਰਕਾਸ਼ ਰਾਜੇ ਦਾ ਦਲ ਹੈ, ਇਹਨਾਂ 'ਚ ਵੀ ਸੂਰਮੇ ਬਹੁਤ ਨੇ, ਜਿਸ ਕਰਕੇ 1000 ਰੁਪਈਏ ਦੀ ਰਸਤ ਲਿਆ ਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ। ਇੱਥੇ ਜਮਨਾ ਦੇ ਕੰਢੇ 'ਤੇ ਜਿੱਥੇ ਸਾਫ ਸੁਥਰੀ ਥਾਂ 'ਤੇ ਸਾਡਾ ਆਸਣ ਹੈ, ਇੱਥੇ ਮਹਾਰਾਜ ਜੀ ਕਹਿੰਦੇ ਵੀ ਜਮਨਾ ਦੇ ਕੰਢੇ ਦੇ ਉੱਚੇ ਥਾਂ 'ਤੇ ਲਿਆ ਕੇ ਬਣਾ ਕੇ ਦੇਗ ਸੁਧਾਰ ਕੇ ਤਿਆਰ ਕਰਕੇ ਰੱਖੋ। ਜਦੋਂ ਮਹਾਰਾਜ ਸਾਹਿਬ ਜੀ ਦੀ ਆਗਿਆ ਸੁਣੀ ਹੈ, ਸੇਵਕਾਂ ਨੇ ਬੜੀ ਛੇਤੀ ਦੇ ਨਾਲ ਲਿਆ ਕੇ ਉਹਨਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਰੱਖ ਦਿੱਤੀ। ਪਹਿਲਾਂ ਜੋ ਵੀ ਕੋਈ ਰਸਤ ਬਸਤ ਚਾਹੀਦੀ ਸੀ, ਮੈਦਾ, ਖੰਡ, ਘਿਓ ਆਦਿਕ, ਦੁੱਧ ਵੀ ਪਾ ਦਿੰਦੇ ਹੁੰਦੇ ਸਨ ਪੁਰਾਣੇ ਸਮੇਂ 'ਚ। ਇਹ ਸਾਰੀਆਂ ਵਸਤੂਆਂ ਜਿਹੜੀਆਂ ਹਨ ਇਕੱਤਰ ਕਰਕੇ ਤੇ ਫਿਰ ਵੱਡੇ ਭਾਂਡੇ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਜਮਨਾ ਦੇ ਕਿਨਾਰੇ 'ਤੇ ਲਿਆ ਕੇ ਰੱਖ ਦਿੱਤੇ। ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਸਮੂਹ ਤਿਆਰ ਹੋ ਗਈ ਤੇ ਸਾਰੀ ਦੇਗ ਲਿਆ ਕਰਕੇ ਜਮਨਾ ਦੇ ਕੰਢੇ 'ਤੇ ਬੜੀ ਛੇਤੀ ਟਿਕਾਈ ਹੈ। ਜਿੱਥੇ ਜਮਨਾ ਦੇ ਕੰਢੇ 'ਤੇ ਮਹਾਰਾਜ ਸਾਹਿਬ ਜੀ ਨੇ ਥਾਂ ਸੁਧਾਰ ਕੇ ਗੁਰੂ ਕੇ ਸੂਰਮਿਆਂ ਨੇ ਸੋਹਣੀ ਥਾਂ ਕਰਕੇ ਤੇ ਮਹਾਰਾਜ ਦੇ ਬਿਰਾਜਣ ਵਾਸਤੇ ਜਗ੍ਹਾ ਤਿਆਰ ਕੀਤੀ ਹੈ। ਸਾਹਿਬਾਂ ਨੂੰ ਉਹ ਜਗ੍ਹਾ ਪਸੰਦ ਆਈ ਵੀ ਜਿੱਥੇ ਬਿਲਕੁਲ ਜਮਨਾ ਦਾ ਕੰਢਾ ਹੈ, ਥੋੜ੍ਹਾ ਜਿਹਾ ਥਾਂ ਉੱਚਾ ਏ ਅਤੇ ਨਾਲ ਹੀ ਉੱਥੇ ਦਰਖਤ ਕੰਢੇ ਦੇ ਉੱਤੇ ਖਲੋਤੇ ਨੇ, ਜੜ੍ਹਾਂ ਜਿਨ੍ਹਾਂ ਦੀਆਂ ਡੂੰਘੀਆਂ ਹਨ, ਪਾਣੀ ਦੇ ਵੇਗ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਐਸੀ ਸੋਹਣੀ ਜਗ੍ਹਾ ਦੇ ਮਹਾਰਾਜ ਨੇ ਆਪਣਾ ਡੇਰਾ ਕੀਤਾ ਹੈ। ਉਹਦੇ ਨੇੜੇ ਹੀ ਕੜਾਹ ਪ੍ਰਸ਼ਾਦ ਦੀ ਦੇਗ ਰੱਖ ਲਈ। ਜਿਵੇਂ ਫਿਰ ਮਰਿਆਦਾ ਚੱਲਦੀ ਸੀ, ਆਨੰਦ ਸਾਹਿਬ ਜੀ ਦੇ 3 ਪਾਠ ਮਹਾਰਾਜ ਸਾਹਿਬ ਜੀ ਨੇ ਕਰਵਾਏ। ਕਈ ਥਾਵਾਂ 'ਤੇ ਉਹ ਲਿਖਤ ਵੱਲੋਂ ਕੰਮ ਰਹਿ ਜਾਂਦਾ ਹੈ, ਪਰ ਇਹ ਮਰਿਆਦਾ ਸੀ ਵੀ ਆਨੰਦ ਸਾਹਿਬ ਦਾ ਸੰਪੂਰਨ ਪਾਠ ਕਰਦੇ ਸਨ। ਜਦੋਂ ਤੋਂ ਤੀਸਰੇ ਪਾਤਸ਼ਾਹ ਨੇ ਆਨੰਦ ਸਾਹਿਬ ਦੀ ਬਾਣੀ 38 ਪੌੜੀਆਂ, ਤੀਸਰੇ ਸਤਿਗੁਰਾਂ 1 ਚੌਥੇ ਦੇ 1 ਪੰਜਵੇਂ ਪੂਰੀਆਂ 40 ਪੌੜੀਆਂ ਆਨੰਦ ਸਾਹਿਬ ਦੀਆਂ ਉਚਾਰੀਆਂ, ਉਹ ਫਿਰ ਮਰਿਆਦਾ ਬੰਨ੍ਹ ਦਿੱਤੀ ਸੀ ਵੀ ਭਾਵੇਂ ਕੋਈ ਖੁਸ਼ੀ ਦਾ ਸਮਾਂ ਹੋਵੇ, ਭਾਵੇਂ ਕੋਈ ਸੋਗ ਦਾ ਸਮਾਂ ਹੋਵੇ, ਭਾਵੇਂ ਕਿਸੇ ਤਰ੍ਹਾਂ ਦੀ ਕੋਈ ਖਾਹਿਸ਼ ਹੋਵੇ, ਅਰਦਾਸ ਬੇਨਤੀ ਕਰਨੀ ਆ, ਤਾਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਆਨੰਦ ਸਾਹਿਬ ਜ਼ਰੂਰ ਪੜ੍ਹਨਾ। ਜਪਜੀ ਸਾਹਿਬ ਪੜ੍ਹਨ ਦੀ ਮਰਿਆਦਾ ਗੁਰੂ ਨਾਨਕ ਸਾਹਿਬ, ਖਾਸ ਕਰਕੇ ਗੁਰੂ ਅੰਗਦ ਸਾਹਿਬ ਨੇ ਚੰਗੀ ਤਰ੍ਹਾਂ ਆਰੰਭ ਕਰਾਈ ਸੀ ਵੀ ਜਦੋਂ ਵੀ ਕੋਈ ਕੜਾਹ ਪ੍ਰਸ਼ਾਦ ਦੀ ਦੇਗ ਬਣੇ, ਇਹ ਇਕੱਲਾ ਇੱਦਾਂ ਕਿ ਨਹੀਂ ਵੀ ਦੇਗ ਬਣ ਗਈ, ਲੈ ਆਂਦੀ, ਰੱਖਤੀ, ਕਹਿੰਦੇ ਭੋਗ ਲੱਗ ਗਿਆ, ਪ੍ਰਵਾਨ ਹੋ ਗਈ, ਨਹੀਂ, ਮਰਿਆਦਾ ਹੈ ਨਾ, ਬਣਾਉਣੀ ਪੈਂਦੀ ਭਾਵਨਾ ਦੇ ਨਾਲ। ਫਿਰ ਬਣਾਉਂਦਿਆਂ ਹੋਇਆਂ ਜਪਜੀ ਸਾਹਿਬ ਦਾ ਪਾਠ ਹੋਵੇ, ਫਿਰ ਜਦੋਂ ਬਣਾ ਕੇ ਲੈ ਆਂਦੀ ਹੈ, ਉੱਥੇ ਜਪ ਸਾਹਿਬ ਦਾ ਪਾਠ ਪ੍ਰੇਮ ਨਾਲ ਸਿੱਖ ਬੈਠ ਕੇ ਕਰੇ ਦੇਗ ਦੇ ਲਾਗੇ। ਫਿਰ ਉਸ ਤੋਂ ਬਾਅਦ ਆਨੰਦ ਸਾਹਿਬ, ਪੁਰਾਤਨ ਸਿੱਖ 3 ਆਨੰਦ ਸਾਹਿਬ ਕਰਦੇ ਸਨ, ਇੱਕ ਹੀ ਕਰ ਲਵੇ, ਕਰੇ ਪੂਰਾ। ਉਹ ਤੋਂ ਬਾਅਦ ਫਿਰ ਅਰਦਾਸ ਕਰੇ ਤੇ ਮਹਾਰਾਜ ਦੀ ਕਿਰਪਾ ਹੁੰਦੀ ਹੈ। ਹੁਣ ਜਿਵੇਂ ਰੈਡੀਮੇਡ ਕੱਪੜੇ ਮਿਲਦੇ ਆ ਨਾ,
ਬਾਜ਼ਾਰ ਤੋਂ ਜਾਓ ਬਣਿਆ ਬਣਾਤਾ ਮਿਲ ਜਾਂਦਾ, ਪਰ ਮਿਲ ਤੇ ਜਾਂਦਾ ਹੈ ਸਾਧ ਸੰਗਤ ਉਹਦੀ ਕਿੰਨਾ ਕੁ ਚਿਰ ਹੰਡਦਾ ਹੈ, ਉਹ ਇੱਕ ਦੋ ਧੋ ਪਏ ਨਹੀਂ ਬਸ ਗਿਆ। ਜੇ ਆਪ ਕੋਈ ਚੰਗਾ ਕੱਪੜਾ ਵੇਖ ਕੇ ਤਿਆਰ ਹੋਵੇ, ਬਸਤਰ ਕਈਆਂ ਨਾਲ ਰਹਿ ਜਾਂਦੇ ਨੇ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਹੀ ਉਹ ਸਰੀਰ ਬਿਰਧ ਹੋ ਜਾਂਦਾ ਹੈ। ਕਹਿੰਦੇ ਵੀ ਬੜਾ ਹੰਡਿਆ ਕੱਪੜਾ ਵੀ ਜਵਾਨੀ ਵੇਲੇ ਲਿਆ ਸੀ, ਵੇਖੋ ਵੀ ਹਾਲਾਂ ਵੀ ਹੈ। ਸੋ ਇਸੇ ਤਰ੍ਹਾਂ ਹੁਣ ਅਸੀਂ ਆਨੇ ਵੀ ਰੈਡੀਮੇਡ ਹੀ ਕੰਮ ਚੱਲੇ, ਬਸ ਵੀ ਮਹਾਰਾਜ ਸਾਹਿਬ ਇਹਦੇ ਵਿੱਚ ਹੀ ਖੁਸ਼ ਹੋ ਜਾਣ ਸਾਡੇ ਉੱਤੇ, ਨਾ ਬਾਣੀ ਸਾਨੂੰ ਪੜ੍ਹਨੀ ਪਵੇ, ਨਾ ਸਾਡੀ ਕੋਈ ਸੇਵਾ ਲੱਗੇ, ਅਤੇ ਨਾ ਅਸੀਂ ਕੋਈ ਖੁੱਲ੍ਹਾ ਗੱਫਾ ਲੈ ਕੇ ਆਈਏ, ਅਤੇ ਗੁਰੂ ਸਾਹਿਬ ਖੁਸ਼ ਜ਼ਰੂਰ ਹੋ ਜਾਣ। ਜਿਵੇਂ ਉਹ ਗਿਆਨੀ ਸੰਤ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਕਥਾ ਕਰਦਿਆਂ ਕਹਿੰਦੇ ਹੁੰਦੇ ਸਨ ਵੀ ਲੋਕ ਇਉਂ ਕਰਦੇ ਆ, ਚੜਾਉਂਦੇ ਧੇਲੀ ਆ ਅਤੇ ਮੰਗਦੇ ਹਵੇਲੀ ਆ। ਅਤੇ ਉਦੋਂ ਪੁਰਾਣਿਆਂ ਨੂੰ ਸੰਡੇ ਵੀ ਚਾਹੀਦੇ ਹੁੰਦੇ ਸਨ, ਕਹਿੰਦੇ ਚੜਾਉਂਦਾ ਗੰਢਾ ਹੈ ਅਤੇ ਮੰਗਦਾ ਸੰਡਾ ਹੈ। ਜਿਵੇਂ ਕਹਿ ਲਓ ਵੀ ਹੁਣ ਕੋਈ ਆਖੇ ਵੀ ਮੈਨੂੰ ਵੱਡੀ ਮੋਟਰ ਚਾਹੀਦੀ ਆ, ਇਵੇਂ ਭਾਵਨਾ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦਾ ਕੋਈ ਨਹੀਂ, ਨਾ ਕੋਈ ਭਾਵਨਾ ਨਾਲ ਲਿਆਉਂਦਾ ਹੈ, ਨਾ ਮਹਾਰਾਜ ਅੱਗੇ ਭਾਵਨਾ ਨਾਲ ਬਾਣੀ ਪੜ੍ਹਦੇ ਹੈ, ਨਾ ਭਾਵਨਾ ਨਾਲ ਅਰਦਾਸ ਫਿਰ ਹੁੰਦੀ ਹੈ। ਫਿਰ ਇੱਕ ਕੇਵਲ ਇਹਨੂੰ ਕਰਮਕਾਂਡ ਕਹਿੰਦੇ ਆ, ਬਸ ਕਰਨਾ ਹੀ ਹੈ ਜੀ, ਬਸ ਕੋਈ ਭਾਵਨਾ ਨਹੀਂ, ਕੋਈ ਸੇਵਾ ਦੀ ਇਹਦੇ ਵਿੱਚ ਇੱਛਾ ਨਹੀਂ, ਬਸ ਪੂਰੀ ਕਰਨੀ ਹੈ ਇੱਛਾ। ਇੱਦਾਂ ਨਹੀਂ ਸੀ ਸਾਧ ਸੰਗਤ ਹੁੰਦਾ, ਅਤੇ ਹੋਣਾ ਵੀ ਨਹੀਂ ਚਾਹੀਦਾ। ਸਤਿਗੁਰੂ ਮਹਾਰਾਜ ਸਾਹਿਬ ਦੇ ਹੁਕਮ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਬਣੀ, ਜਪ ਸਾਹਿਬ ਦਾ ਪਾਠ ਹੋਇਆ, ਆਨੰਦ ਸਾਹਿਬ ਕੀਤਾ, ਉਸ ਤੋਂ ਬਾਅਦ ਸਾਰੇ ਖੜੇ ਹੋਏ ਅਤੇ ਖੜੇ ਹੋ ਕਰਕੇ ਅਰਦਾਸ ਕੀਤੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨਾਮ ਲਏ ਨੇ, ਦੋਵੇਂ ਹੱਥ ਜੋੜ ਲਏ, ਖਲੋ ਗਏ ਸਾਵਧਾਨ ਹੋ ਕੇ, ਕਮਰ ਕੱਸਾ ਲਾ ਲਿਆ, ਗਲ 'ਚ ਪਰਨਾ ਪਾ ਲਿਆ, ਅਤੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਫਿਰ ਗੁਰੂਆਂ ਦੇ ਨਾਮ ਲੈਣੇ ਅਰਦਾਸੀਏ ਸਿੱਖ ਨੇ ਆਰੰਭ ਕੀਤੇ। ਅਤੇ ਇਹ ਅਰਦਾਸ ਕੀਤੀ ਵੀ ਹੇ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਹਾਡਾ ਹੀ ਸਰੂਪ 10ਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਕਲਗੀਧਰ ਸਾਹਿਬ ਜੀ ਕਿਲ੍ਹਾ ਚਲਾਉਣਾ ਚਾਹੁੰਦੇ ਹਨ, ਨੀਂਹ ਰੱਖਣੀ ਚਾਹੁੰਦੇ ਨੇ, ਕਿਲ੍ਹੇ ਦੀ ਆਰੰਭਤਾ ਕਰਨੀ ਚਾਹੁੰਦੇ ਹਨ, ਅਤੇ ਜਮਨਾ ਦੇ ਕੰਢੇ ਦੇ ਉੱਤੇ ਬਹੁਤ ਵੱਡਾ ਕੋਟ ਕਿਲ੍ਹਾ ਉਸਾਰਨ ਦੇ ਲਈ ਆਪ ਜੀ ਦਾ ਓਟ ਆਸਰਾ ਲੈਂਦੇ ਨੇ। ਅਤੇ ਮਹਾਰਾਜ ਇਹ ਜਿਹੜਾ ਕਾਰਜ ਹੈ ਇਹ ਤੁਸੀਂ ਕਰਨਾ ਹੈ। ਹੇ ਗੁਰੂ ਨਾਨਕ ਦੇਵ ਮਹਾਰਾਜ ਜੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪ ਆਪਣੇ ਸਰੂਪ ਗੁਰੂ ਕਲਗੀਧਰ ਸਾਹਿਬ ਦੇ ਕਾਰਜ ਕਰੋ, ਰਾਤ ਹੋਵੇ ਦਿਨ ਹੋਵੇ ਤੁਸੀਂ ਆਪਣੀ ਸਹਾਇਤਾ ਬਖਸ਼ਿਓ। ਅਤੇ ਜਿਹੜਾ ਮਹਾਰਾਜ ਕੋਈ ਵਿਘਨ ਪਵੇ, ਕੋਈ ਰੁਕਾਵਟ ਪਵੇ ਇਸ ਕਿਲ੍ਹੇ ਨੂੰ ਉਸਾਰਨ ਦੇ ਵਿੱਚ, ਉਹ ਸਾਰੇ ਹੀ ਜਿਹੜੇ ਵਿਘਨ ਨੇ ਉਹਨਾਂ ਨੂੰ ਝੱਟ ਹੀ ਨਾਸ਼ ਕਰ ਦਿਓ, ਸਭ ਰੁਕਾਵਟਾਂ ਨੂੰ ਤੁਸੀਂ ਆਪ ਦੂਰ ਕਰਿਓ। ਇਸ ਤਰ੍ਹਾਂ ਖੜੇ ਹੋ ਕਰਕੇ ਸਾਧ ਸੰਗਤ ਜੀ ਅਰਦਾਸ ਕੀਤੀ, ਨਾਲ ਹੀ ਕਿਹਾ ਮਹਾਰਾਜ 1000 ਰੁਪਈਏ ਦੀ ਦੇਗ ਆਪ ਜੀ ਦੇ ਲਈ ਹਾਜ਼ਰ ਹੈ, ਕਿਰਪਾ ਕਰੋ ਗਰੀਬ ਨਵਾਜ ਭੋਗ ਲੱਗੇ ਪ੍ਰਵਾਨ ਹੋਏ। ਉਸ ਤੋਂ ਬਾਅਦ ਜਦੋਂ ਅਰਦਾਸ ਪੂਰੀ ਕੀਤੀ ਖੜੇ ਹੋ ਕਰਕੇ, ਤੇ ਸਾਰਿਆਂ ਨੇ ਹੀ ਉਸ ਵੇਲੇ ਹੱਥ ਜੋੜ ਕੇ ਭਲੇ ਪ੍ਰਕਾਰ ਦੇ ਨਾਲ ਜਦੋਂ ਕਿਹਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਭ ਨੇ ਝੁਕ ਕਰਕੇ ਨਮਸਕਾਰ ਕੀਤੀ, ਮੱਥਾ ਟੇਕਿਆ। ਫਿਰ ਗੁਰੂ ਮਹਾਰਾਜ ਸਾਹਿਬ ਜੀ ਦੀ ਆਗਿਆ ਪਾ ਕੇ ਸਭ ਸੰਗਤਾਂ ਦੇ ਵਿੱਚ, ਕਾਰੀਗਰਾਂ 'ਚ, ਸੂਰਮਿਆਂ 'ਚ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਦਿੱਤੀ। ਗੁਰੂ ਕਲਗੀਧਰ ਸਾਹਿਬ ਜੀ ਦੇ ਸਮੇਤ ਰਾਜੇ ਨੇ ਹੋਰ ਸਿੱਖਾਂ ਨੇ ਬੜੇ ਸਤਿਕਾਰ ਦੇ ਨਾਲ ਦੇਗ ਲੈ ਕੇ ਛਕਣਾ ਕੀਤੀ। ਜਦੋਂ ਸਭ ਨੇ ਦੇਗ ਛਕ ਲਈ ਸਤਿਗੁਰਾਂ ਦੇ ਸਮੇਤ, ਫਿਰ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਆਪ ਉੱਠੇ ਹਨ ਤੇ ਨਾਲ ਰਾਜੇ ਮੇਦਨੀ ਪ੍ਰਕਾਸ਼ ਨੂੰ ਲਿਆ ਹੈ। ਤੇ ਜਿਹੜੇ ਪ੍ਰਧਾਨ ਸਨ, ਕੁਝ ਮੁਖੀ ਸਨ, ਜਿਵੇਂ ਇੱਧਰੋਂ ਦੀਵਾਨ ਆਨੰਦ ਚੰਦ ਮਹਾਰਾਜ ਦੇ ਭਾਈ ਸੰਗੋ ਸ਼ਾਹ ਆਦਿ, ਕਿਰਪਾਲ ਚੰਦ ਜੀ, ਉੱਧਰੋਂ ਮੇਦਨੀ ਪ੍ਰਕਾਸ਼ ਰਾਜਾ, ਉਹਦੇ ਕੋਈ ਵਜ਼ੀਰ, ਕੋਈ ਮੁਖੀ ਮਨੁੱਖ, ਇਹ ਸਾਰੇ ਹੀ ਮਹਾਰਾਜ ਨੇ ਆਪਣੇ ਨਾਲ ਕੀਤੇ ਹਨ। ਜਿੰਨਾ ਕੁ ਮਹਾਰਾਜ ਜੀ ਚਾਹੁੰਦੇ ਨੇ ਵਿਸਥਾਰ ਕਰਨਾ ਵੀ ਐਡਾ ਕੁ ਨਗਰ ਵਸੇ, ਜਿੱਡਾ ਕੁ ਵੱਡਾ ਮਹਾਰਾਜ ਚਾਹੁੰਦੇ ਨੇ ਵੀ ਕਿਲ੍ਹਾ ਬਣੇ,
ਜਿੱਡੀ ਕੁ ਦੂਰ ਤੀਕਰ ਮਹਾਰਾਜ ਜੀ ਚਾਹੁੰਦੇ ਨੇ ਵੀ ਕਿਲੇ ਦੀ ਕੰਧ ਬਣੇ। ਦੇਖੋ ਕੋਟ ਸੁਨਾਏ ਕਹਿਓ। ਉਹ ਰਾਜ ਮਿਸਤਰੀਆਂ ਨੂੰ ਮਹਾਰਾਜ ਨੇ ਸੁਣਾ ਕੇ ਕਿਲਾ ਉਸਾਰਨ ਦੇ ਲਈ, ਕੋਟ ਉਸਾਰਨ ਦੇ ਲਈ ਹੁਕਮ ਕੀਤਾ। ਕਹਿ ਸਕਦੇ ਆ ਵੀ ਨਕਸ਼ਾ ਮਹਾਰਾਜ ਨੇ ਆਪ ਬਣਾ ਦਿੱਤਾ। ਸਤਿਗੁਰੂ ਸਾਹਿਬ ਨੇ ਇੱਕੇ ਥਾਂ ਖਲੋ ਕੇ ਦੱਸਦਾ ਵੀ ਉਹ ਉੱਥੋਂ ਕੰਧ ਸ਼ੁਰੂ ਕਰੋ, ਇੱਧਰੋਂ ਲਿਆਉਂਦੇ ਆ। ਇੰਨਾ ਜਿਹੜਾ ਥਾਂ ਇਲਾਕਾ ਹੈ ਉਹ ਸਾਰਾ ਹੀ ਜਿਹੜਾ ਇਹ ਕਿਲੇ ਦੇ ਅੰਦਰ ਬਾਹਰ ਲਓ। ਸੋ ਇਸ ਤਰ੍ਹਾਂ ਹੁਕਮ ਕਰ ਦਿੱਤਾ ਰਾਜ ਮਿਸਤਰੀ ਨੂੰ, ਜਿਵੇਂ ਜਿਵੇਂ ਮਹਾਰਾਜ ਸਾਹਿਬ ਜੀ ਨੇ ਉਹ ਕਿਲਾ ਤਿਆਰ ਕਰਨਾ ਚਾਹਿਆ ਏ। ਨਾਲ ਇਹ ਵੀ ਦੱਸ ਦਿੱਤਾ ਹੈ ਵੀ ਤੁਸੀਂ ਆਪ ਵੀ ਇਹ ਧਿਆਨ ਰੱਖਿਓ ਵੀ ਐਡਾ ਕੁ ਕਿਲਾ ਹੋਵੇ ਵੀ ਹਜ਼ਾਰਾਂ ਹੀ ਦਲ ਦੇ ਸੂਰਮੇ ਜਿਹਦੇ ਵਿੱਚ ਸੌਖੇ ਹੀ ਰਹਿ ਸਕਣ। ਤੇ ਫਿਰ ਜਿੱਥੇ ਬਹੁਤੇ ਹਾਥੀ, ਊਠ, ਬਲਦ, ਘੋੜੇ ਆਦਿਕ ਉਹਨਾਂ ਦੇ ਠਹਿਰਨ ਵਾਸਤੇ ਵੀ ਥਾਂ ਖੁੱਲ੍ਹੀ ਹੋਵੇ, ਸੂਰਮੇ ਵੀ ਖੁੱਲ੍ਹੇ ਡੁੱਲੇ ਜਿੱਥੇ ਮਰਜ਼ੀ ਵਿਚਰ ਸਕਦੇ ਹੋਣ, ਸ਼ਸਤਰ ਵਿਦਿਆ ਦਾ ਅਭਿਆਸ ਕਰਨ, ਮਹੱਲਾ ਖੇਡਣ, ਆਪਣੇ ਜੌਹਰ ਵਿਖਾਉਣ, ਇਸ ਤਰ੍ਹਾਂ ਦਾ ਖੁੱਲ੍ਹਾ ਥਾਂ ਰੱਖਣਾ ਏ। ਤੇ ਨਾਲ ਹੀ ਮਹਾਰਾਜ ਜੀ ਕਹਿੰਦੇ ਵੀ ਜਿਹੜਾ ਲੜਨ ਦਾ ਘਾਹ ਹੁੰਦਾ ਹੈ ਨਾ, ਉਸ ਦੇ ਹਿਸਾਬ ਦੇ ਨਾਲ ਕਿਲਾ ਬਣਾਉਣਾ ਹੈ। ਵੀ ਕੰਧ ਜਿਹੜੀ ਹੈ ਨਾ ਇਸ ਤਰ੍ਹਾਂ ਬਣਾਓ ਵੀ ਜਿਹਦੇ ਵਿੱਚ ਜੇ ਕੋਈ ਵੈਰੀ ਚੜ੍ਹ ਕੇ ਵੀ ਆ ਜਾਵੇ ਤਾਂ ਉਹਦੇ ਨਾਲ ਅੰਦਰੋਂ ਹੀ ਕਿਵੇਂ ਲੜਨਾ ਹੈ, ਕਿਵੇਂ ਉਹਦੇ 'ਤੇ ਗੋਲੀਆਂ ਅਤੇ ਤੀਰਾਂ ਦਾ ਮੀਂਹ ਪਾਉਣਾ ਹੈ, ਇਹੋ ਜਿਹਾ ਦਾ ਘਾਹ ਲੱਗੇ ਵੀ ਜੇ ਕਿਲੇ 'ਚੋਂ ਬਾਹਰ ਵੀ ਜਾਣਾ ਪਵੇ ਤਾਂ ਬਾਹਰਲੇ ਨੂੰ ਪਤਾ ਹੀ ਨਾ ਲੱਗੇ ਵੀ ਕਿੱਥੋਂ ਕੁ ਨਿਕਲੇ ਆ। ਇਹੋ ਜਿਹੇ ਗੁਪਤ ਰਸਤੇ ਜਿਹੜੇ ਰੱਖਣੇ ਆ, ਕਹਿੰਦੇ ਇਹੋ ਜਿਹਾ ਦਾ ਘਾਹ ਲੜਨ ਵਾਲਾ, ਜੰਗ ਯੁੱਧ ਵਾਲਾ ਸਾਹਿਬ ਕਹਿੰਦੇ ਵੀ ਨਾਲ ਹੋਣਾ ਚਾਹੀਦਾ ਵੀ ਸੂਰਮਾ ਅੰਦਰੋਂ ਜਾਵੇ, ਬਾਹਰ ਹਮਲਾ ਕਰਕੇ ਜਦੋਂ ਮਰਜ਼ੀ ਫੇਰ ਅੰਦਰ ਆ ਜਾਏ। ਇੱਦਾਂ ਲੜਨ ਵਾਲੇ ਜਿਹੜੇ ਦਾ ਘਾਹ ਹਨ, ਜਿਹੜੇ ਜੰਗ ਯੁੱਧ ਕਰਨ ਦੀਆਂ ਜੁਗਤੀਆਂ ਹੁੰਦੀਆਂ ਨੇ, ਉਸ ਹਿਸਾਬ ਦੀ ਕੰਧ ਬਣਾਉਣੀ, ਕਿਲਾ ਬਣਾਉਣਾ ਹੈ। ਤੇ ਇਹ ਵੀ ਮਹਾਰਾਜ ਕਹਿੰਦੇ ਵੀ ਚੰਗੀ ਤਰ੍ਹਾਂ ਵਿਧੀ ਬਣਾਇਓ ਵੀ ਅੰਦਰ ਜਿਹੜਾ ਸੂਰਮਾ ਹੈ ਨਾ ਉਹ ਅੰਦਰੋਂ ਬਾਹਰ ਆਇਆਂ ਦੇ ਉੱਤੇ ਗੋਲੀ ਚਲਾ ਸਕੇ ਤੇ ਬਾਹਰਲੇ ਨੂੰ ਪਤਾ ਹੀ ਨਾ ਲੱਗੇ ਵੀ ਗੋਲੀ ਆ ਕਿੱਥੋਂ ਰਹੀ ਹੈ। ਜਿਵੇਂ ਸਾਧ ਸੰਗਤ ਜੀ ਜਿੱਥੇ ਇਹ ਕਿਲਾ ਹੈ ਨਾ ਬੁੰਗਾ ਰਾਮਗੜੀਆ ਅੰਮ੍ਰਿਤਸਰ ਸਾਹਿਬ ਪਰਿਕਰਮਾ ਦੇ ਵਿੱਚ, ਜਦੋਂ ਬਾਬਾ ਬੁੱਢਾ ਸਾਹਿਬ ਜੀ ਦੁੱਖ ਭੰਜਣੀ ਬੇਰ ਲਾਗੇ ਜਾਈਏ ਉੱਥੇ ਲਾਗੇ ਹੀ ਆ ਗੜੀਆ ਬੁੰਗਾ। ਜਦੋਂ ਇੱਥੇ ਫੌਜਾਂ ਗਈਆਂ ਸਨ ਹਿੰਦੁਸਤਾਨ ਦੀਆਂ ਤੇ ਇਸ ਕਿਲੇ ਦੇ ਵਿੱਚ ਥੱਲੇ ਖੂਹ ਬਣਿਆ ਹੋਇਆ ਇਹਦੇ ਬਹੁਤ ਡੂੰਘੀਆਂ ਤਹਿਖਾਨੇ ਬਣੇ ਨੇ ਖਾਲਸਾ ਰਾਜ ਦੇ ਵੇਲੇ ਦੇ, ਥੱਲੇ 2-3 ਮੰਜ਼ਲਾਂ ਠਾਂ ਤੱਕ ਰਜਾਈਦਾ। ਉੱਥੋਂ ਇੱਦਾਂ ਦਾ ਢੰਗ ਹੈ ਵੀ ਬਾਹਰੋਂ ਨਹੀਂ ਪਤਾ ਲੱਗਦਾ ਪਰ ਅੰਦਰੋਂ ਜਿਹੜੇ ਸੀ ਉਹ ਸੂਰਮੇ 10 ਜੂਨ ਤੀਕਰ ਸੂਰਮੇ ਉੱਥੇ ਜਿਹੜੇ ਹੈਗੇ ਸਨ ਕੁਝ ਉਹ ਲੜਦੇ ਰਹੇ। ਫੌਜਾਂ ਹਿੰਦੁਸਤਾਨ ਦੀਆਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਕਿੱਧਰੋਂ ਗੋਲੀ ਆਉਂਦੀ ਹੈ, ਕਦੋਂ ਉਹਨਾਂ ਦਾ ਬੰਦਾ ਮਰ ਜਾਂਦਾ। ਫਿਰ ਉਹਦੇ ਵਿੱਚ ਬੜੇ ਉਹਨਾਂ ਜੱਦੋ ਜਹਿਦ ਕਰਕੇ ਤੇ ਫਿਰ ਕਿਤੇ ਉਹ ਸੂਰਮੇ ਜਿਹੜੇ ਸਨ ਉਹ ਸ਼ਹੀਦ ਹੋਏ। 10 ਜੂਨ ਤੀਕਰ ਲੜੇ ਨੇ, ਵੇਖ ਲਓ ਤੁਸੀਂ ਵੀ ਇਹ 1 ਜੂਨ ਤੋਂ ਪਹਿਲਾਂ ਦੇ ਉੱਥੇ ਅੰਦਰ ਬੜੇ ਸੀ। ਖੂਹ ਹੈ ਉੱਥੇ, ਉਹਦੇ ਵਿੱਚ ਜਲ ਹੁੰਦਾ ਸੀ, ਬਹੁਤ ਸੋਹਣਾ ਤਹਿਖਾਨਾ ਬਣਿਆ, ਉਹਨੂੰ ਰਾਮਗੜੀਆ ਬੁੰਗਾ ਕਹਿੰਦੇ ਨੇ। ਹੈ ਦਰਸ਼ਨ ਕਰਨ ਵਾਲਾ ਸਥਾਨ, ਉੱਧਰ ਸੰਗਤ ਜਾਂਦੀ ਨਹੀਂ ਪਰ ਜਿਹੜਾ ਵੇਖੇਗਾ ਵੀ ਖਾਲਸਾ ਰਾਜ ਦੇ ਕਰਿੰਦਿਆਂ ਨੇ ਕਿੱਡੀ ਕਾਰੀਗਰਤਾ ਕੀਤੀ ਆ ਵੀ ਨਾਲ ਨਾਲ ਖੂਹ ਦੇ ਹੇਠਾਂ ਤੀਕਰ 2-3 ਮੰਜ਼ਲਾਂ ਬਣਾਈਆਂ। ਸੋ ਇਸ ਤਰ੍ਹਾਂ ਇਹ ਦਾ ਘਾਹ ਬਣਾਉਂਦੇ ਹੁੰਦੇ ਸਨ ਪੁਰਾਣੇ ਸਮਿਆਂ 'ਚ। ਗੁਰੂ ਕਲਗੀਧਰ ਮਹਾਰਾਜ ਉਸ ਰਾਜ ਮਿਸਤਰੀਆਂ ਨੂੰ ਇਕੱਠੇ ਕਰਕੇ ਉਹੀ ਕਹਿ ਰਹੇ ਨੇ, ਕਹਿੰਦੇ ਲੜਨ ਦਾ ਘਾਹ ਪੂਰਾ ਲੱਗੇ, ਇਹੋ ਜਿਹੀ ਕੰਧ ਕਰਨੀ ਹੈ ਵੀ ਅੰਦਰ ਵਾਲੇ ਸੂਰਮੇ ਬਾਹਰ ਵਾਲੇ ਜਿਹੜੇ ਵੈਰੀ ਚੜ੍ਹ ਕੇ ਆਉਣ, ਉਹਨਾਂ ਦੇ ਜੇ ਗੋਲੀਆਂ ਚਲਾਉਣੇ ਹੋਣ, ਤੀਰ ਚਲਾਉਣੇ ਹੋਣ, ਇਹੋ ਜਿਹੀ ਵਿਧੀ ਦੇ ਨਾਲ ਟਿਕਾਣੇ ਬਣਾਓ, ਮੋਰਚੇ ਬਣਾਉਣਾ ਕਰੋ ਵੀ ਬਾਹਰੋਂ ਗੋਲੀ ਨਾ ਵੱਜੇ, ਤੀਰ ਨਾ ਵੱਜੇ ਪਰ ਅੰਦਰੋਂ ਬਾਹਰ ਜਾਵੇ। ਇਸ ਤਰ੍ਹਾਂ ਸਾਰਾ ਨਕਸ਼ਾ ਸਮਝਾ ਕੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਕਰ ਕਮਲ ਜਿਹੜੇ ਸਨ ਲਾ ਕਰਕੇ ਪੱਥਰ ਰੱਖ ਦਿੱਤਾ। ਜੰਗ ਕਰਨ ਦੀ ਇੱਛਾ ਰੱਖਦੇ ਨੇ ਮਹਾਰਾਜ, ਬਾਕੀ ਤੇ ਸੋਚ ਰਹੇ ਆ ਵੀ ਸ਼ਾਇਦ ਵੈਸੇ ਕਿਲਾ ਬਣਾ ਰਹੇ ਆ, ਪਰ ਗੁਰੂ ਸਾਹਿਬ ਨੂੰ ਪਤਾ ਵੀ ਇੱਥੇ ਅਸੀਂ ਜੰਗ ਕਰਨਾ ਤੇ ਜੰਗ ਕਰਕੇ ਫਤਿਹ ਲੈਣੀ ਹੈ। ਜੰਗ ਜਿੱਤਣ ਵਾਸਤੇ ਜਿਹੜੀਆਂ ਜੁਗਤੀਆਂ ਹੋਣੀਆਂ ਚਾਹੀਦੀਆਂ ਉਹਨਾਂ ਦੇ ਵਿੱਚੋਂ ਇੱਕ ਓਟ ਆਸਰਾ ਲੈ ਕੇ ਲੜਨਾ, ਇਹ ਵੀ ਇੱਕ ਜੁਗਤੀ ਹੈ।
ਤੇ ਜੰਗ ਵਿੱਚ ਲੜਨ ਵਾਸਤੇ, ਜੰਗ ਲੜ ਕੇ ਫਿਰ ਪਹਿਲੀ ਫਤਿਹ ਲੈਣ ਵਾਸਤੇ ਮਹਾਰਾਜ ਕਿਲਾ ਆਰੰਭ ਕਰਤਾ ਬਣਾਉਣਾ। ਸਮੁਦਾਇ ਲੱਗੇ ਸਭ ਕਾਰ ਕਰੇ। ਸਮੂਹ ਜਿਹੜੇ ਮਾਈ ਭਾਈ ਪਹੁੰਚੇ ਨੇ, ਕਾਰੀਗਰ ਮਜ਼ਦੂਰ ਸਾਰੇ ਹੀ ਕਹਿੰਦੇ ਵੀ ਕੰਮ ਕਰਨ ਦੇ ਵਿੱਚ ਕਾਰ ਸੇਵਾ ਵਾਸਤੇ ਲੱਗ ਗਏ ਹਨ। ਬਹੁਤੇ ਜਿਹੜੇ ਮਨੁੱਖ ਹਨ ਪੱਥਰ ਵੱਡੇ ਵੱਡੇ ਚੁੱਕ ਕੇ ਲਿਆ ਕਰਕੇ ਰੱਖਦੇ ਨੇ, ਕਿਉਂਕਿ ਪੱਥਰ ਰੱਖ ਕੇ ਜਿਵੇਂ ਆ ਕਿਸੇ ਨੇ ਵੇਖਿਆ ਹੋਵੇ ਨਾ ਤੁਸੀਂ ਬੰਨ ਜਿੱਥੇ ਬੰਨ੍ਹਦੇ ਆ ਉੱਥੇ ਪੱਥਰਾਂ ਦਾ ਹੀ ਜਾਲ ਜਿਹਾ ਬਣਾ ਕੇ ਦਰਿਆਵਾਂ ਦੇ ਕੰਢੇ ਉੱਤੇ ਬੰਨ ਹੁਣ ਤਿੱਕਰ ਵੀ ਇੱਦਾਂ ਹੀ ਬੰਨ੍ਹਦੇ ਆ ਵੀ ਪੱਥਰ ਇਕੱਠੇ ਕਰ ਦਿੰਦੇ ਨੇ ਤੇ ਉਹ ਲੋਹੇ ਦੀ ਜਾਲੀ ਜੀ ਬਣਾ ਕੇ ਤੇ ਉਹਦੇ ਵਿੱਚ ਕੰਧ ਜੀ ਦਾ ਸ਼ਕਲ ਬਣਾ ਦਿੰਦੇ ਆ ਵੀ ਇਹਦੇ ਨਾਲ ਜੇ ਦਰਿਆ ਚੜ੍ਹ ਕੇ ਵੀ ਆਵੇ ਤੇ ਇਹ ਪੱਥਰਾਂ ਨਾਲ ਵੱਜ ਕੇ ਜਿਹੜਾ ਪਾਣੀ ਮੋੜਾ ਖਾ ਜਾਵੇ। ਸੋ ਇਸ ਤਰ੍ਹਾਂ ਪੱਥਰਾਂ ਦੇ ਨਾਲ ਓਟ ਆਸਰਾ ਲੈਣ ਦੇ ਲਈ, ਪੱਥਰਾਂ ਦਾ ਕਿਲ੍ਹਾ ਉਸਾਰਨ ਦੇ ਲਈ, ਕਾਰੀਗਰਾਂ ਦੇ ਲਈ ਵੱਡੇ ਵੱਡੇ ਪੱਥਰ ਚੁੱਕ ਕੇ ਲਿਆਉਂਦੇ ਹਨ। ਕਿੰਨੇ ਮਨੁੱਖ ਇਕੱਠੇ ਹੋ ਕੇ ਤੇ ਲਿਆ ਕੇ ਜਿੱਥੇ ਮਿਸਤਰੀ ਕਹਿੰਦਾ ਬਣਾ ਸਵਾਰ ਕੇ ਉੱਥੇ ਰੱਖੀ ਜਾਂਦੇ ਹਨ। ਗਾਰਾ ਕੀਤਾ ਹੋਇਆ ਇਹ ਗਾਰਾ ਪਾਈ ਜਾਂਦੇ ਨੇ, ਜਿੱਥੇ ਲੱਗਦਾ ਹੈ ਨਾ ਵੀ ਜ਼ਿਆਦਾ ਡੂੰਘਾ ਜਿਹਾ ਵਿੱਚ ਡੂੰਘ ਜਿਹਾ ਵੀ ਗਾਰਾ ਨਹੀਂ ਇੰਨਾ ਚਾਹੀਦਾ ਵੀ ਕੰਧ ਖੜੂਗੀ ਨਹੀਂ, ਉੱਥੇ ਕੁਝ ਸਲਾਬੀ ਜੀ ਮਿੱਟੀ ਪਾਉਂਦੇ ਨੇ, ਉੱਤੇ ਫਿਰ ਗਾਰਾ ਪਾ ਕੇ ਮਜ਼ਬੂਤੀ ਕਰਦੇ ਹਨ। ਤੇ ਇਸ ਤਰ੍ਹਾਂ ਬੜਾ ਰੌਲਾ ਪੈ ਰਿਹਾ ਕਿਉਂਕਿ ਹਜ਼ਾਰਾਂ ਤੇ ਬੰਦੇ ਲੱਗੇ ਆ, ਇਦਾਂ ਲੱਗ ਰਿਹਾ ਵੀ ਜਿਵੇਂ ਜੰਗ ਜੋਧੀ ਹੋ ਰਿਹਾ ਹੁੰਦਾ ਏ। ਕੋਈ ਕਹਿੰਦੇ ਵੀ ਪੱਥਰ ਸਿਰ ਦੇ ਉੱਤੇ ਚੁੱਕ ਕੇ ਲਿਆ ਰਿਹਾ ਹੈ ਪਹਾੜਾਂ ਦੀਆਂ ਕੰਦਰਾਂ ਚੋਂ ਕੱਢ ਕੇ ਜਮਨਾ ਦੇ ਕਿਨਾਰੇ ਤੋਂ। ਤੇ ਕੋਈ ਆਪਣੇ ਹੱਥਾਂ ਦੇ ਨਾਲ ਪੱਤੇ ਜਿਹੜੇ ਪੱਥਰ ਨੇ ਉਹਨਾਂ ਨੂੰ ਉਖਾੜਦੇ ਨੇ, ਕਿਉਂਕਿ ਜੰਮੇ ਹੋਏ ਨੇ ਨਾ ਧਰਤੀ ਦੇ ਵਿੱਚ, ਉਹ ਆਪਣੇ ਹੱਥਾਂ ਦੇ ਨਾਲ ਕੋਈ ਨਾ ਕੋਈ ਸੰਦ ਲੈ ਕੇ ਉਹਨਾਂ ਨੂੰ ਉਖਾੜਦੇ ਹਨ, ਪੁੱਟਦੇ ਹਨ। ਸੋ ਇਸ ਤਰ੍ਹਾਂ ਕੋਈ ਪੱਥਰ ਲੈ ਕੇ, ਕੋਈ ਕਹਿੰਦੇ ਵੀ ਗਾਰਾ ਆਪਣੇ ਸਿਰ ਦੇ ਉੱਤੇ ਚੁੱਕ ਕੇ, ਕੋਈ ਮਿੱਟੀ ਚੁੱਕ ਕੇ ਲਿਆ ਰਿਹਾ ਹੈ, ਕੋਈ ਪੱਥਰ ਉਖਾੜ ਕੇ ਢੇਰ ਲਾ ਰਹੇ ਹਨ। ਕਵੀ ਜੀ ਕਹਿੰਦੇ ਵੀ ਇਹ ਮੰਨੋ ਵੀ ਜਿਵੇਂ ਰਾਮਚੰਦਰ ਜੀ ਪੁਲ ਬਣਾਉਣ ਦੇ ਲਈ ਉਹ ਤਾਂ ਸੁਣਿਆ ਨਾ ਵੀ ਪੱਥਰ ਇਕੱਠੇ ਕਰ ਰਹੇ ਸੀ, ਮਹਾਰਾਜ ਵੀ ਇਹ ਮੰਨੋ ਵੀ ਇਹ ਸਿੱਖਾਂ ਦੀ ਕਲਿਆਣ ਦਾ ਪੁਲ ਹੀ ਬਣ ਰਹੇ ਹਨ ਜਿਹੜਾ ਨਗਰ ਵਸਾ ਰਹੇ ਨੇ। ਬਹੁਤੇ ਮਨੁੱਖ ਨੇ ਜਿਹਦੇ ਵਿੱਚ ਰਾਜੇ ਦੀ ਫੌਜ ਵੀ ਹੈ, ਮਜ਼ਦੂਰ ਨੇ, ਗੁਰੂ ਮਹਾਰਾਜ ਦੇ ਸੇਵਾਦਾਰ ਨੇ। ਬੜਾ ਭਾਰੀ ਰੌਲਾ ਪੈ ਰਿਹਾ, ਇੱਕ ਦੂਜੇ ਨੂੰ ਆਵਾਜ਼ਾਂ ਦਿੰਦੇ ਨੇ, ਫੜ ਲਓ, ਚੁੱਕ ਲੈ, ਸੰਭਲ ਲੈ, ਹੱਲਾ ਮਾਰ ਲੈ, ਇੱਕ ਦੂਜੇ ਨੂੰ ਆਵਾਜ਼ਾਂ ਮਾਰਦੇ ਤੇ ਸ਼ੋਰ ਮਚ ਰਿਹਾ ਏ। ਤੇ ਕੋਈ ਜਿਹੜੇ ਮੁਖੀ ਹਨ ਉਹ ਕਹਿ ਕੇ ਸੰਗੋ ਸ਼ਾਹ ਆਦਿਕ ਕਾਰ ਸੇਵਾ ਕਰਾਉਂਦੇ ਨੇ, ਹੱਲਾਸ਼ੇਰੀ ਦਿੰਦੇ ਹਨ ਤੇ ਕਈ ਰੱਖਣ ਦੀ ਵਿਧੀ ਦੱਸਦੇ ਹਨ ਵੀ ਇੱਥੇ ਪੱਥਰ ਰੱਖੋ, ਇੱਥੇ ਰੱਖੋ, ਇੱਥੇ ਗਾਰਾ ਪਾਓ, ਇੱਥੇ ਮਿੱਟੀ ਪਾਓ, ਕਈ ਇਹੀ ਦੱਸ ਰਹੇ ਨੇ ਖਲੋਤੇ। ਤੇ ਗੁਰੂ ਕਲਗੀਧਰ ਮਹਾਰਾਜ ਆਪ ਵੀ ਸਵੇਰ ਦੇ ਦੀਵਾਨ ਤੋਂ ਬਾਅਦ ਸ਼ਾਮ ਦੇ ਦੀਵਾਨ ਤੋਂ ਪਹਿਲਾਂ ਆਪ ਜਾ ਕੇ ਸਵੇਰੇ ਸ਼ਾਮ ਜੋ ਵੀ ਕਾਰ ਸੇਵਾ ਹੋ ਰਹੀ ਹੈ ਸਭ ਚੰਗੀ ਤਰ੍ਹਾਂ ਵੇਖਦੇ ਹਨ। ਤੇ ਮੁਖ ਤੋਂ ਮਹਾਰਾਜ ਜਦੋਂ ਆਉਂਦੇ ਨੇ ਤਾਂ ਸ਼ਾਬਾਸ਼ ਸ਼ਾਬਾਸ਼ ਕਹਿੰਦੇ ਹਨ। ਜਿਹੜੇ ਮਿਸਤਰੀ ਲੱਗੇ ਨੇ, ਜਿਹੜੇ ਮਜ਼ਦੂਰ ਲੱਗੇ ਨੇ, ਉਹਨਾਂ ਨੂੰ ਮਹਾਰਾਜ ਜੀ ਹੌਸਲਾ ਵਧਾਉਣ ਦੇ ਲਈ ਥਾਪੜਾ ਦਿੰਦੇ ਨੇ, ਕਹਿੰਦੇ ਸ਼ਾਬਾਸ਼ ਜੋ ਦਿਓ, ਬਹੁਤ ਹੀ ਕਹਿੰਦੇ ਵੀ ਤਗੜੇ ਸ਼ੇਰੋ, ਹੱਲਾ ਮਾਰੋ, ਬਸ ਕਾਰਜ ਪੂਰਾ ਹੋਇਆ ਹੀ ਲਿਓ। ਰਾਜਾ ਮੇਦਨੀ ਪ੍ਰਕਾਸ਼ ਜਿਹੜਾ ਹੈ ਉਹਦੀ ਵੀ ਸਾਰੀ ਫੌਜ ਇਹ ਕਾਰ ਸੇਵਾ ਕਰ ਰਹੀ ਹੈ, ਕਿਉਂਕਿ ਉਹਨੇ ਕਿਹਾ ਸੀ ਵੀ ਮਹਾਰਾਜ ਮੇਰੀਆਂ ਫੌਜਾਂ ਵੀ ਇਹ ਤੁਹਾਡੇ ਨਾਲ ਲੱਗ ਕੇ ਕੰਮ ਕਰਾਉਣਗੀਆਂ। ਫਿਰ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਜੋ ਸੰਗਤਾਂ ਆਉਂਦੀਆਂ ਨੇ ਵੀ ਪੁੱਛ ਪੁਛਾ ਕੇ ਵੀ ਮਹਾਰਾਜ ਕਿੱਥੇ ਗਏ ਨੇ, ਉਹ ਵੀ ਦਰਸ਼ਨ ਕਰਦੇ ਜਦੋਂ ਜਮਨਾ ਦੇ ਕੰਢੇ ਤੇ ਭਾਵਨਾ ਨਾਲ ਸੇਵਾ ਕਰਦੇ ਹਨ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਲ ਦੇ ਵੀ ਹਜ਼ਾਰਾਂ ਹੀ ਸੂਰਮੇ ਹਨ, ਕੁਝ ਤਾਂ ਤਿਆਰ ਬਰ ਤਿਆਰ ਪਹਿਰੇ ਤੇ ਰਹਿੰਦੇ ਨੇ ਤੇ ਬਹੁਤੇ ਜਿਹੜੇ ਕਾਰ ਸੇਵਾ ਕਰ ਰਹੇ ਨੇ, ਕਿਲੇ ਦੀ ਉਸਾਰੀ ਵਿੱਚ ਮਦਦ ਕਰ ਰਹੇ, ਪੱਥਰ ਚੁੱਕ ਲਿਆਉਂਦੇ ਨੇ। ਤੇ ਮਹਾਰਾਜ ਦੇ ਭੂਆ ਦੇ ਪੁੱਤ ਪੰਜੇ ਭਰਾ ਸੰਗੋ ਸ਼ਾਹ, ਜੀਤ ਮਲ, ਮਾਹਰੀ ਚੰਦ ਆਦਿਕ ਇਹ ਵੀ ਲਾਗੇ ਖਲੋ ਕਰਕੇ, ਕਿਉਂਕਿ ਮੁਖੀ ਸਿੱਖ ਨੇ
ਤੇ ਸਾਰਿਆਂ ਨੂੰ ਪ੍ਰੇਰ ਕੇ ਕਹਿ ਕੇ ਕੰਮਕਾਰ ਕਰਾਉਂਦੇ ਹਨ। ਬੜ ਬ੍ਰਿੰਦ ਮਸੰਦਰ ਸੰਗ ਲਈ ਬਹੁਤੇ ਮਸੰਦਾਂ ਨੂੰ ਨਾਲ ਲੈ ਕਰਕੇ ਚੰਦ ਕਹੈ ਉਤਸ਼ਾਹ ਦੀਵਾਨ ਆਨੰਦ ਚੰਦ ਵੀ ਆਪਣੇ ਨਾਲ ਮਸੰਦਾਂ ਦਾ ਟੋਲਾ ਲੈ ਕੇ ਵੀ ਆ ਜਾਓ ਵੀ ਤੁਸੀਂ ਵੀ ਆਪਾਂ ਵੀ ਕੋਈ ਹੱਡ ਹੱਥ ਹਿਲਾ ਲਈਏ ਵੀ ਵੇਲੀਆਂ ਖਾਓਗੇ। ਇਹੋ ਦੀਵਾਨ ਆਨੰਦ ਚੰਦ ਜਿੰਨੇ ਵੀ ਮਸੰਦ ਨੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਨੇ ਜਿੱਥੇ ਜਿੱਥੇ ਕਾਰਜ ਚੱਲ ਰਹੇ ਨੇ। ਬਹੁਤ ਹੀ ਹੌਸਲਾ ਵਧਾਉਂਦੇ ਉਤਸ਼ਾਹ ਵਧਾਉਂਦੇ ਹਨ ਕਾਰੀਗਰਾਂ ਦਾ, ਮਜ਼ਦੂਰਾਂ ਦਾ, ਸੇਵਾਦਾਰਾਂ ਦਾ। ਹੋਏ ਹਜ਼ਾਰ ਹੁਮਾਨਤ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ ਜਮਨਾ ਦੇ ਕੰਢੇ ਤੇ। ਕੋਈ ਪੱਥਰ ਲਿਆ ਰਿਹਾ ਹੈ, ਕੋਈ ਲੈਣ ਜਾ ਰਿਹਾ ਏ। ਪੂਰਨਤਾ ਗੜ ਠੰਨਤ ਹੈ ਇਹ ਬੜੀ ਛੇਤੀ ਕਰ ਰਹੇ ਨੇ, ਕਾਹਲੀ ਦੇ ਨਾਲ ਜਿਹੜਾ ਕਿਲਾ ਹੈ ਮਜ਼ਬੂਤ ਬਣਾ ਰਹੇ ਹਨ। ਅਸਰ ਦੇਗ ਵਿਸਾਲ ਚਲੇ ਜਦੋਂ ਨਾਲ ਦੀ ਨਾਲ ਇੱਕ ਸੇਵਾ ਚੱਲ ਰਹੀ ਹੈ ਤਾਂ ਗੁਰੂ ਮਹਾਰਾਜ ਦਾ ਲੰਗਰ ਵੀ ਸਾਰਾ ਦਿਨ ਕਹਿੰਦੇ ਵੀ ਖੁੱਲ੍ਹਾ ਹੀ ਚੱਲਦਾ ਹੈ। ਭਾਵਤ ਭੋਜਨ ਪੂਰਨ ਮਨ ਭਾਉਂਦਾ ਭੋਜਨ ਵੀ ਜਿੰਨਾ ਕੋਈ ਚਾਹੇ ਖਾਣਾ ਉਹਨਾਂ ਬਹੁਤਾ ਹੀ ਮਿਲਦਾ ਹੈ। ਕੋਈ ਇਹ ਨਹੀਂ ਵੀ ਇੰਨਾ ਕੀ ਮਿਲੂਗਾ, ਇੰਨੇ ਕੁ ਸਮੇਂ ਹੀ ਮਿਲੂਗਾ। ਜਿੰਨਾ ਕੋਈ ਰੱਜ ਕੇ ਖਾ ਸਕਦਾ ਹੈ ਖੁੱਲ੍ਹਾ ਉਹਨਾਂ ਨੂੰ ਮਿਲਦਾ ਹੈ ਕਾਮਿਆਂ ਨੂੰ। ਕਰ ਸੰਗ ਮਹੀਪਤ ਕੋ ਇਸ ਤਰ੍ਹਾਂ ਗੁਰੂ ਕਲਗੀਧਰ ਮਹਾਰਾਜ ਰਾਜੇ ਮੇਦਨੀ ਪ੍ਰਕਾਸ਼ ਨੂੰ ਨਾਲ ਲੈ ਕੇ ਕਈ ਵਾਰਾਂ ਮਹਾਰਾਜ ਆਪ ਰਾਜੇ ਦੇ ਸਮੇਤ ਫਿਰ ਤੁਰ ਕੇ ਜਿੱਥੇ ਜਿੱਥੇ ਵੀ ਦੂਰ ਤਾਈਂ ਕੰਧ ਬਣ ਰਹੀ ਹੈ, ਉੱਚੀ ਕਿਲਾ ਬਣ ਰਿਹਾ ਹੈ। ਕਿਉਂਕਿ ਇੱਕ ਪਾਸਾ ਤੇ ਸਾਰਾ ਹੀ ਜਿਹੜਾ ਉਹ ਜਮਨਾ ਦਾ ਹੈ, ਉਧਰਲੇ ਬੰਨੇ ਤਾਂ ਲੋੜ ਨਹੀਂ। ਜਿਹੜਾ ਦੂਸਰੇ ਪਾਸੇ ਹਨ ਉਧਰ ਨੂੰ ਮਹਾਰਾਜ ਸਾਹਿਬ ਜੀ ਜਿਹੜੀਆਂ 3 ਬਾਹੀਆਂ ਨੇ ਉਧਰ ਕੰਧ ਕਰਾ ਰਹੇ ਨੇ ਤੇ ਰਾਜੇ ਨੂੰ ਨਾਲ ਲੈ ਕੇ ਸਾਹਿਬ ਜੀ ਆਪ ਸਾਰਾ ਕਾਰਜ ਵੇਖਦੇ ਹਨ ਤੇ ਬੜੀ ਛੇਤੀ ਦੇ ਨਾਲ ਸਾਰਾ ਕੰਮ ਹੋ ਰਿਹਾ, ਜਿਸ ਕਰਕੇ ਮਹਾਰਾਜ ਬੜੇ ਉਤਸ਼ਾਹਤ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਬੜੇ ਆਨੰਦ ਵਿੱਚ ਹਨ। ਇਸ ਤਰ੍ਹਾਂ ਗੜ ਕੋ ਦਿਲ ਠਾਨ ਉਮਾਵਤ ਹੈ, ਮਹਾਰਾਜ ਉਮਾ ਦੇ ਵਿੱਚ ਹਨ, ਬੜੇ ਚਾਉ ਦੇ ਵਿੱਚ ਨੇ ਵੀ ਜਿਹੜਾ ਕਿਲਾ ਹੈ ਨਾ ਇਹ ਬੜਾ ਪੱਕਾ ਤੇ ਬੜਾ ਕਹਿੰਦੇ ਮਜ਼ਬੂਤ ਬਣ ਰਿਹਾ ਹੈ ਵੀ ਬੜੀ ਚੰਗੀ ਮਜ਼ਬੂਤੀ ਆ, ਕੋਈ ਕੰਧ ਨਹੀਂ ਢਾਹ ਸਕਦਾ। ਇਸ ਤਰ੍ਹਾਂ 12 ਦਿਨ ਲੱਗੇ ਨੇ, ਹਜ਼ਾਰਾਂ ਲੋਕ ਲੱਗੇ ਸਨ। 12 ਦਿਨਾਂ ਦੇ ਵਿੱਚ ਹੀ ਵੱਡੀ ਸਾਰੀ ਕੰਧ 3 ਪਾਸੇ ਕਰਕੇ ਕਿਲਾ ਤਿਆਰ ਕਰ ਦਿੱਤਾ। ਇੱਕ ਤਾਂ ਕਿਲੇ ਉਹ ਹੁੰਦੇ ਨਾ ਵੀ ਜਿਹੜਾ ਥੋੜ੍ਹੇ ਜਿਹੇ ਥਾਂ ਨੂੰ ਘੇਰਨਾ ਤੇ ਉਹ ਓਡੇ ਕੁ ਕਿਲੇ ਬਣਦੇ ਸਨ, ਪਰ ਇਹ ਇੱਕ ਮਾਨੋ ਵੀ ਨਗਰ ਦੇ ਆਲੇ ਦੁਆਲੇ ਸਾਰੀ ਕੰਧ ਹੀ ਕਰ ਦਿੱਤੀ ਆ ਵੀ ਨਗਰ ਸਾਰਾ ਕਿਲਾ ਜਿਹਾ ਹੀ ਬਣਾ ਲਿਆ ਏ, ਜਿਹਦੇ ਵਿੱਚ ਸਭ ਦਲ, ਸਭ ਫੌਜਾਂ, ਘੋੜੇ ਸਭ ਕੁਝ ਵਿੱਚ ਹੀ ਰਹਿਣ। ਇੱਦਾਂ ਵੱਡਾ ਸਾਰਾ ਇਹ ਨਗਰ ਹੀ ਮਾਨੋ ਵੀ ਮਹਾਰਾਜ ਨੇ ਕਿਲੇ ਰੂਪ ਵਿੱਚ ਬਣਾ ਲਿਆ ਹੈ। 12 ਦਿਨ ਲੱਗੇ ਹਨ। ਬਹੁਤ ਹੀ ਵੱਡੇ ਵੱਡੇ ਪੱਥਰ ਉੱਤੇ ਗਾਰਾ ਪਾ ਕੇ ਫਿਰ ਉਹਦੇ ਉੱਤੇ ਪੱਥਰ ਇਹ ਮਹਾਨ ਵੱਡੀਆਂ ਵੱਡੀਆਂ ਕੰਧਾਂ ਕਰ ਲਈਆਂ। ਬੜੇ ਸੋਹਣੇ ਦਰਵਾਜ਼ੇ ਵਿੱਚੋਂ ਬਾਹਰ ਜਾਣ ਦੇ ਲਈ ਵੱਡੇ ਵੱਡੇ ਰੱਖੇ ਨੇ ਵੀ ਜਦੋਂ ਬਾਹਰ ਜਾਣਾ ਪਵੇ ਦਰਵਾਜ਼ੇ ਹੁਣ ਚੁਫੇਰੇ। ਜਿੱਥੇ ਕਿਥੇ ਵੀ ਬੜੀ ਦ੍ਰਿੜਤਾ, ਬੜੀ ਮਜ਼ਬੂਤੀ, ਬੜੀ ਪਕਿਆਈ ਮਹਾਰਾਜ ਸਾਹਿਬ ਜੀ ਨੇ ਕਹਿ ਕਰਕੇ ਕਰਵਾਈ ਹੈ ਵੀ ਇਹੋ ਜਿਹਾ ਮਜ਼ਬੂਤ ਕੰਮ ਹੋਵੇ ਵੀ ਜੇ ਵੈਰੀ ਕਿਤੇ ਰਿਪੇ ਆਏ ਸਮੀਪ ਸਕੇ ਨਾ ਕਬੈ, ਵੀ ਦੁਸ਼ਮਣ ਜਿਹੜਾ ਹੈ ਉਹ ਨੇੜੇ ਹੀ ਨਾ ਆ ਸਕੇ, ਹੌਸਲਾ ਹੀ ਨਾ ਕਰੇ ਅੰਦਰ ਆਉਣ ਦਾ ਜਾਂ ਨੇੜੇ ਆਉਣ ਦਾ। ਤੇ ਇੱਦਾਂ ਦੀ ਮਹਾਰਾਜ ਨੇ ਜੁਗਤ ਬਣਾਈ ਵੀ ਜਿਹੜਾ ਅੰਦਰ ਹੋਵੇ ਉਹ ਬਾਹਰੋਂ ਜੇ ਕੋਈ ਚੜ੍ਹ ਕੇ ਆਵੇ ਤੇ ਉਹ ਉਹਨਾਂ ਦੇ ਗੋਲੀਆਂ ਤੀਰ ਚਲਾਉਂਦਾ ਉਹਨਾਂ ਨੂੰ ਮਾਰਦਾ ਰਹੇ, ਬਾਹਰਲਿਆਂ ਦਾ ਜ਼ੋਰ ਨਾ ਪਵੇ ਤੇ ਅੰਦਰਲੇ ਜਿਹੜੇ ਮਾਰਦੇ ਰਹਿਣ। ਇਸ ਤਰ੍ਹਾਂ ਦੀ ਜੁਗਤੀ ਨਾਲ ਤਿਆਰ ਕਰਾਇਆ ਕਿਲਾ। ਇਸ ਤਰ੍ਹਾਂ ਬਹੁਤੇ ਮਜ਼ਦੂਰਾਂ ਕਾਰੀਗਰਾਂ ਨੇ ਲੱਗ ਕਰਕੇ 12 ਦਿਨਾਂ ਦੇ ਵਿੱਚ ਜਿਹੜਾ ਕਿਲਾ ਸੀ ਉਹਦੀਆਂ ਕੰਧਾਂ ਜਿੰਨੀਆਂ ਕੁੱਚੀਆਂ ਮਹਾਰਾਜ ਨੇ ਕਹੀਆਂ ਸਨ ਉਹਨੀਆਂ ਉੱਚੀਆਂ ਕਰਕੇ ਤਿਆਰ ਕਰ ਦਿੱਤਾ। ਜਿਸ ਦੇ ਵਿੱਚ ਕਹਿੰਦੇ ਵੀ ਜਿਹੜਾ ਰਚਿਆ ਹੋਇਆ ਕਿਲਾ ਹੈ, ਜਿਸ ਮੈਂ ਰਚ ਰੀਤ ਮਹਾਨ ਰਨੰ, ਕਹਿੰਦੇ ਮਹਾਨ ਜੰਗ ਕਰਨ ਦੀ ਰੀਤੀ ਦੇ ਨਾਲ ਮਹਾਰਾਜ ਨੇ ਇਹ ਕਿਲਾ ਰਚਿਆ ਵੀ ਵੱਡਾ ਜੰਗ ਯੁੱਧ ਜਿਹਦੇ ਵਿੱਚ ਸੌਖਾ ਹੀ ਹੋ ਸਕੇ। ਇੱਦਾਂ ਜਦੋਂ ਤਿਆਰੀ ਹੋ ਗਈ ਹੈ ਤਾਂ ਸਤਿਗੁਰੂ ਸਾਹਿਬ ਕਲਗੀਧਰ ਦੇ ਕੋਲ ਰਾਜਾ ਮੇਦਨੀ ਪ੍ਰਕਾਸ਼ ਗਿਆ।
ਰਹਿਓ। ਜਦੋਂ ਵੇਖਿਆ ਤਿਆਰ ਹੋਇਆ ਕਿਲਾ ਤਾਂ ਬੜਾ ਹੀ ਹਿਰਦੇ ਵਿੱਚ ਆਨੰਦਿਤ ਹੋਇਆ। ਕਹਿੰਦਾ ਮਹਾਰਾਜ ਆ ਤਾਂ ਬਹੁਤ ਹੀ ਕਮਾਲ ਹੀ ਕਰਤੀ ਆਪ ਜੀ ਨੇ। ਚਿੰਤਨ ਕੀਨਹਿ ਚਿੰਤ ਰਹੇ। ਹੁਣ ਜਿੰਨੇ ਮਰਜੀ ਕਹਿੰਦੇ ਚੜ ਕੇ ਆ ਜਾਣ, ਹੁਣ ਮੈਨੂੰ ਚਿੰਤਾ ਕੋਈ ਨਹੀਂ ਮਹਾਰਾਜ ਰਹੀ। ਪਹਿਲਾਂ ਡਰ ਲੱਗਾ ਹੀ ਰਹਿੰਦਾ ਸੀ ਵੀ ਇਧਰੋਂ ਫਤਿਹ ਸ਼ਾਹ ਦੀ ਫੌਜ ਰਾਮ ਰਾਏ ਦਾ ਆਸਰਾ ਲੈ ਕੇ ਚੜ ਕੇ ਕਿਤੇ ਮੇਰੇ ਰਿਆਸਤ ਤੇ ਰਾਜ ਤੇ ਕਬਜ਼ਾ ਨਾ ਕਰੇ। ਪਰ ਹੁਣ ਹੱਦਬੰਦੀ ਤੇ ਐਸਾ ਕਿਲਾ ਬਣਾਤਾ ਵੀ ਭਾਵੇਂ ਬਹੁਤੇ ਵੀ ਆ ਜਾਣ, ਹੁਣ ਚਿੰਤਾ ਨਹੀਂ ਰਹੀ। ਪੂਰਨ ਕੀ ਕਰਨਾ ਸੋ ਰਹੀ। ਕਿਉਂਕਿ ਮਹਾਰਾਜ ਤੁਸੀਂ ਪੂਰਨ ਗੁਰੂ ਹੋ, ਤੁਹਾਡੀ ਕਰਨਾ, ਤੁਹਾਡਾ ਤਰਸ, ਤੁਹਾਡੀ ਕਿਰਪਾ ਮੈਨੂੰ ਪ੍ਰਾਪਤ ਹੋ ਗਈ ਹੈ। ਪੰਕਜ ਬੰਦਤ ਬੈਠ ਗਇਓ। ਐਵੇਂ ਮਹਾਰਾਜ ਸਾਹਿਬ ਜੀ ਦੇ ਕਮਲ ਵਰਗੇ ਚਰਨਾਂ ਤੇ ਨਮਸਕਾਰ ਕਰਕੇ ਭਜਨ ਕਹਿੰਦਿਆਂ ਹੋਇਆਂ ਬੈਠ ਗਿਆ। ਜਾਂ ਮਨ ਵਿੱਚ ਸੋਚਿਆ ਵੀ ਹੁਣ ਗੁਰੂ ਦੀ ਕਿਰਪਾ ਨਾਲ ਮੈਨੂੰ ਕੋਈ ਚਿੰਤਾ ਨਹੀਂ ਹੈ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਾ ਮਨ ਕੀਤੇ ਜਾਨ ਬਖਾਨ ਕੀਓ। ਹਜੇ ਰਾਜੇ ਨੇ ਕਹਿੰਦੇ ਵੀ ਇਹ ਫੁਰਨਾ ਹੀ ਲਿਆਂਦਾ, ਖੁਸ਼ ਹੋ ਕੇ ਕਹਿੰਦੇ ਗੁਰੂ ਸਾਹਿਬ ਨੇ ਕਿਰਪਾ ਕਰਤੀ ਹੈ, ਹੁਣ ਕਹਿੰਦਾ ਵੀ ਕੋਈ ਚਿੰਤਾ ਹੀ ਨਹੀਂ ਹੈ। ਐਂ ਸੋਚਦਾ ਸੋਚਦਾ ਮੱਥਾ ਟੇਕ ਕੇ ਬਹਿ ਗਿਆ। ਗੁਰੂ ਕਲਗੀਧਰ ਮਹਾਰਾਜ ਨੇ ਇਹਦੇ ਮਨ ਦਾ ਫੁਰਨਾ ਜਾਣ ਕੇ ਬਚਨ ਕੀਤਾ ਤੇ ਅੰਦਰ ਦੀ ਬੁੱਝ ਕੇ ਸਾਹਿਬ ਕਹਿਣ ਲੱਗੇ। ਮਹਾਰਾਜ ਸਾਹਿਬ ਕਹਿੰਦੇ ਵੀ ਇਹ ਰਾਜਾ ਮੇਦਨੀ ਪ੍ਰਕਾਸ਼, ਉਹਨਾਂ ਚਿਰ ਤੈਨੂੰ ਹੁਣ ਡਰਨ ਦੀ ਲੋੜ ਨਹੀਂ, ਭੈ ਨਹੀਂ ਕਿਸੇ ਦਾ ਕਰਨ ਦੀ ਲੋੜ। ਜਿੰਨਾ ਚਿਰ ਇਸ ਜਮਨਾ ਦੇ ਕੰਢੇ ਤੇ ਅਸੀਂ ਹੈ, ਇਹ ਮਹਾਰਾਜ ਨੇ ਕਿਹਾ ਇਸ ਹਿਸਾਬ ਨਾਲ ਹੈ ਵੀ ਭਾਵੇਂ ਸਰੀਰ ਕਰਕੇ ਮਹਾਰਾਜ ਉੱਥੇ ਉਹਨਾਂ ਸਮਾਂ ਨਹੀਂ ਰਹੇ, ਪਰ ਕਹਿਣ ਦਾ ਭਾਵ ਸੀ ਵੀ ਜਿੰਨਾ ਚਿਰ ਇੱਥੇ ਅਸੀਂ ਵੱਸਦੇ ਹਾਂ। ਤੇ ਕਲਗੀਧਰ ਮਹਾਰਾਜ ਤਾਂ ਅੱਜ ਵੀ ਉੱਥੇ ਹੀ ਵੱਸ ਰਹੇ ਹੈ। ਸਤਿਗੁਰੂ ਸਾਹਿਬ ਜੀ ਦੀ ਦਇਆ ਦੇ ਅੱਜ ਵੀ ਉੱਥੇ ਉੱਦਾਂ ਹੀ ਜਮਨਾ ਦੇ ਕੰਢੇ ਤੇ ਵਰਤਦੀ ਹੈ। ਅੱਜ ਵੀ ਦਸਮ ਪਾਤਸ਼ਾਹ ਉਵੇਂ ਹੀ ਉੱਥੇ ਆਤਮਿਕ ਗਿਆਨੀਆਂ ਨੂੰ ਦਰਸ਼ਨ ਦਿੰਦੇ ਨੇ। ਤੇ ਪਾਤਸ਼ਾਹ ਨੇ ਮੁਖੋਂ ਬਚਨ ਇਸ ਢੰਗ ਦਾ ਕਿਹਾ, ਰਾਜਾ ਤੈਨੂੰ ਉਹਨਾਂ ਚਿਰ ਚਿੰਤਾ ਦੀ ਲੋੜ ਨਹੀਂ ਜਿੰਨਾ ਚਿਰ ਇੱਥੇ ਅਸੀਂ ਵੱਸਦੇ ਹਾਂ। ਇਹੋ ਜਿਹਾ ਕਿਹੜਾ ਬਲਵਾਨ ਜੰਮਿਆ ਮਾਂ ਨੇ ਜਿਹੜਾ ਇਸ ਪਾਸੇ ਨੂੰ ਤੇਰੀ ਰਿਆਸਤ ਵੱਲ ਕਹਿੰਦੇ ਸਾਡੇ ਹੁੰਦਿਆਂ ਆ ਜਾਵੇ। ਜਿਹੜਾ ਆਪਣੀਆਂ ਭੌਹਾਂ ਨੂੰ ਭਰਵੱਟਿਆਂ ਨੂੰ ਕਹਿੰਦੇ ਵੀ ਤਿੱਖੇ ਜੇ ਕਰਕੇ, ਤਿੱਖੀ ਜੀ ਨਿਗਾਹ ਕਰਕੇ ਭਰਵੱਟੇ ਤਾਂ ਨੂੰ ਚੜਾ ਕੇ ਭਾਵ ਕ੍ਰੋਧ ਦੇ ਨਾਲ ਤੇਰੇ ਵੱਲ ਤੱਕੇ, ਤੇਰੀ ਹਵਾ ਵੱਲ ਵੀ ਵੇਖ ਸਕੇ, ਐਸਾ ਨਹੀਂ ਕੋਈ ਸੂਰਮਾ। ਪੱਗ ਪਾਵ ਮਹਾਰਾਜ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਬੈਠੇ ਹਾਂ, ਪੈਰ ਨਹੀਂ ਰੱਖਣ ਦਿਆਂਗੇ ਕਿੱਡਾ ਵੱਡਾ ਕੋਈ ਸੂਰਮਾ ਹੋਵੇ, ਕੋਈ ਰਾਜਾ ਹੋਵੇ। ਮੰਨ ਲੈ ਵੀ ਜੇ ਕੋਈ ਚੜ ਕੇ ਆ ਵੀ ਗਿਆ ਨਾ, ਉਹ ਆ ਨਹੀਂ ਰਿਹਾ, ਉਹਦੀ ਮੌਤ ਬੁਲਾ ਰਹੀ ਹੈ, ਇੱਥੇ ਮਰ ਕੇ ਹੀ ਜਾਊਗਾ, ਜਿਉਂਦਾ ਨਹੀਂ ਕੋਈ ਜਾਂਦਾ। ਆਪਣਾ ਮਹਾਰਾਜ ਕਹਿੰਦੇ ਰਾਜ ਭਾਗ ਰਾਜਧਾਨੀ ਵਿੱਚ ਨਿਸ਼ਚਿੰਤ ਹੋ ਕੇ ਤੂੰ ਕਰ। ਗੁਰੂ ਨਾਨਕ ਸਾਹਿਬ ਦੇ ਘਰ ਦੇ ਉੱਪਰ ਸਦਾ ਭਾਵਨਾ ਜ਼ਰੂਰ ਰੱਖੀ, ਕਿਉਂਕਿ ਸ਼ਰਧਾ ਪ੍ਰੇਮ ਨੇ ਬੇੜਾ ਬੰਨੇ ਲਾਉਣਾ ਹੈ। ਤੇ ਭਾਵਨਾ ਗੁਰੂ ਘਰ ਤੇ ਸਦਾ ਰੱਖੀ ਤੇ ਚਿੰਤਾ ਤੋਂ ਰਹਿਤ ਹੋ ਕੇ ਰਾਜਧਾਨੀ ਵਿੱਚ ਵਸ। ਜੇ ਸ਼ਰਧਾ ਭਾਵਨਾ ਰੱਖੇਗਾ ਤਾਂ ਗੁਰੂ ਨਾਨਕ ਸਾਹਿਬ ਜੀ ਦੋਵੇਂ ਲੋਕਾਂ ਦੀ ਸਹਾਇਤਾ ਕਰਨਗੇ। ਕੋਈ ਪਾਪ ਕਰ ਬੈਠਾ ਹੈ ਪਿਛਲਾ, ਉਹ ਵੀ ਨਾਸ ਹੋ ਜਾਏਗਾ। ਜੇ ਕੋਈ ਰੁਕਾਵਟ ਪਵੇਗੀ ਉਹ ਵੀ ਦੂਰ ਕਰ ਦੇਣਗੇ ਮਹਾਰਾਜ। ਜਿਵੇਂ ਏਦਾਂ ਮਹਾਰਾਜ ਨੇ ਕਿਹਾ ਤਾਂ ਹੱਥ ਜੋੜ ਕੇ ਰਾਜਾ ਮੇਦਨੀ ਪ੍ਰਕਾਸ਼ ਕਹਿਣ ਲੱਗਾ ਮਹਾਰਾਜ ਮੈਂ ਆਪਣੇ ਮਨ ਵਿੱਚ ਇਹੀ ਭਰੋਸਾ ਧਰਿਆ ਜਿਹੜਾ ਤੁਸੀਂ ਮੁਖੋਂ ਕਿਹਾ, ਮੇਰਾ ਮਨ ਵੀ ਇਹੀ ਭਰੋਸਾ ਧਾਰਦਾ ਹੈ ਆਪ ਜੀ ਦੇ ਉੱਪਰ। ਇਹ ਤਾਂ ਮੇਰੇ ਮਨ ਦੀ ਜਿਹੜੀ ਖਾਹਸ਼ ਸੀ ਨਾ ਮਹਾਰਾਜ ਜੀ, ਉਹੀ ਤੁਸੀਂ ਪੂਰੀ ਕੀਤੀ ਹੈ। ਅੱਜ ਨਹੀਂ ਮੈਨੂੰ ਚਿੰਤਾ ਬਣੀ ਰਹਿੰਦੀ ਸੀ ਵੀ ਪਤਾ ਨਹੀਂ ਹੈ ਵੀ ਕਦੋਂ ਇੱਧਰੋਂ ਦੇਹਰਾਦੂਨ ਵੱਲੋਂ ਫੌਜਾਂ ਚੜ੍ਹ ਕੇ ਆਉਣ ਤੇ ਮੇਰਾ ਆਹ ਇਲਾਕਾ ਮੱਲ ਲੈਣ। ਇਹ ਰਾਤ ਦਿਨ ਦੀ ਮੇਰੀ ਚਿੰਤਾ ਸੀ ਮਹਾਰਾਜ, ਮੇਰੇ ਮਨ ਦੀ ਜਾਣ ਕੇ ਆਪ ਜੀ ਨੇ ਉਹ ਚਿੰਤਾ ਦੂਰ ਕਰ ਦਿੱਤੀ ਹੈ ਵੀ ਐਨ ਹੱਦ ਦੇ ਉੱਤੇ, ਐਨ ਰਿਆਸਤ ਦੇ ਕੰਢੇ ਉੱਤੇ ਮਹਾਰਾਜ ਤੁਸੀਂ ਇਹ ਜੋ ਕਿਲਾ ਰਚ ਦਿੱਤਾ ਹੈ। ਆਪ ਜੀ ਦਾ ਮਹਾਰਾਜ ਜਿਹੜਾ ਪ੍ਰਤਾਪ ਹੈ ਨਾ, ਨਿਤਾ ਪ੍ਰਤੀ ਹੀ ਬਹੁਤ ਫੈਲ ਰਿਹਾ ਏ।
ਕੀ ਤਲ ਜਾਹੇ ਤਹਾਂ। ਆ ਸਭ ਪਾਸੇ ਜਿੱਥੇ ਵੀ ਧਰਤੀ ਦਾ ਤਲ ਹੈ ਨਾ, ਜਿੱਥੋਂ ਤੀਕਰ ਧਰਤੀ ਦੀ ਹੱਦਬੰਦੀ ਆ, ਤੁਹਾਡਾ ਤੇਜ ਪ੍ਰਤਾਪ, ਤੁਹਾਡਾ ਜਸ ਉੱਥੇ ਸੁਣਿਆ ਜਾਂਦਾ ਏ। ਧੀਰਜ ਦੀਨ ਮਹੇਸ਼ਵਰ ਕੋ। ਐਵੇਂ ਭੇਦਨੀ ਪ੍ਰਕਾਸ਼ ਨਾਹਨ ਰਾਜੇ ਨੂੰ ਗੁਰੂ ਕਲਗੀਧਰ ਸਾਹਿਬ ਨੇ ਧੀਰਜ ਦਿੱਤੀ, ਥਾਪੜਾ ਦਿੱਤਾ ਵੀ ਪ੍ਰਵਾਹ ਨਾ ਕਰ, ਬਸ ਗੁਰੂ ਘਰ ਦਾ ਪ੍ਰੇਮ ਨਾ ਛੱਡੀ। ਲੀਨ ਗੁਰੂ ਤਨ ਈਸ਼ਰ ਕੋ। ਤੇ ਇਸ ਰਾਜੇ ਨੇ ਵੀ ਫਿਰ ਗੁਰੂ ਕਲਗੀਧਰ ਜੀ ਨੂੰ ਰੱਬ ਦਾ ਰੂਪ ਜਾਣ ਲਿਆ ਵੀ ਇਹ ਮਹਾਰਾਜ ਸਾਹਿਬ ਪਰਮੇਸ਼ਰ ਹੀ ਹਨ। ਜੋਰਤ ਸੇਵਕ ਭਾਉ ਧਰੇ। ਹੱਥ ਜੋੜ ਕਰਕੇ ਬੜੀ ਭਾਵਨਾ ਧਾਰ ਕੇ ਮਹਾਰਾਜ ਦੀ ਸੇਵਾ ਕਰਦਾ ਹੈ ਰਾਜਾ। ਬਹੁ ਬਾਰਨ ਬਾਕ ਬਿਲਾਸ ਕਰੇ। ਕਈ ਵਾਰ ਗੁਰਾਂ ਦੀਆਂ ਖੁਸ਼ੀਆਂ ਲੈਣ ਦੇ ਲਈ ਬਾਗ ਬਲਾਸ, ਬਚਨ ਬਲਾਸ ਗੁਰਾਂ ਦੇ ਨਾਲ ਕਰਦਾ, ਕੁਝ ਕਹਿੰਦਾ, ਕੁਝ ਪੁੱਛਦਾ ਏ। ਸੰਗ ਅਕੀਲ ਭਿਆਨਕ ਹੈ। ਤੇ ਕਈ ਵਾਰਾਂ ਜਦੋਂ ਸ਼ਿਕਾਰ ਚੜ੍ਹਦੇ ਨੇ, ਕਲਗੀਧਰ ਮਹਾਰਾਜ ਰਾਜਾ ਨਾਲ ਹੀ ਸ਼ਿਕਾਰ ਖੇਡਣ ਗੁਰਾਂ ਦੇ ਚਲਿਆ ਜਾਂਦਾ ਏ। ਮਨ ਦੀ ਬਖਾਨਤ ਆ ਹੈ। ਜਿੱਧਰ ਕੋਈ ਬਹੁਤਾ ਵੱਡਾ ਸੰਘਣਾ ਜੰਗਲ ਹੈ, ਉਧਰ ਦੱਸਦਾ, ਕਹਿੰਦਾ ਮਹਾਰਾਜ ਇੱਧਰ ਬਹੁਤ ਵੱਡਾ ਜੰਗਲ ਹੈ, ਇੱਧਰ ਨੂੰ ਚੱਲਦੇ ਆ, ਤੇ ਗੁਰੂ ਸਾਹਿਬ ਉਧਰ ਨੂੰ ਚੱਲ ਪੈਂਦੇ ਨੇ। ਇਹ ਆਏ ਸੰਘਾਰ। ਆ ਕੋਈ ਕੇਰੀ ਸ਼ੇਰ ਆਵੇ, ਕੋਈ ਹਿਰਨਾਂ ਦੀਆਂ ਡਾਰ ਆਉਣ, ਉਹਨਾਂ ਨੂੰ ਨਾਸ਼ ਕਰਦੇ ਨੇ ਮਹਾਰਾਜ, ਕਲਿਆਣ ਕਰਦੇ ਨੇ ਮਾਰ ਕੇ। ਮਾਨ ਹੈ ਮਾਨ ਪ੍ਰਹਾਰਤ ਹੈ। ਆ ਵੇਖ ਕਰਕੇ ਕਹਿੰਦੇ ਵੀ ਤੁਪਕਾਨ ਜਾਂ ਬੰਦੂਕ ਦੀ ਗੋਲੀ ਚਲਾਉਂਦੇ ਨੇ ਤੇ ਜਾਂ ਤੀਰ ਚਲਾਉਂਦੇ ਹਨ। ਬਾਜ ਚਾਨਣ ਸਰਾਨਨ ਕੋ। ਆ ਹੋਰ ਵੀ ਸ਼ਿਕਾਰ ਖੇਡਣ ਦੇ ਲਈ ਪੰਛੀਆਂ ਦਾ ਬਾਜ, ਸਿੰਚਾਨ, ਇਹ ਵੀ ਬਾਜਾਂ ਵਰਗੀ ਉਹਨਾਂ ਦੀ ਇੱਕ ਕਿਸਮ ਹੁੰਦੀ ਹੈ। ਸਵਾਨ ਸ਼ਿਕਾਰੀ ਕੁੱਤੇ ਲੈ ਕੇ ਆਏ ਹਨ ਜੋ ਸੋਰਤ ਕਾਹਤ ਕਾਨਨ। ਆ ਉਹਨਾਂ ਬਾਜਾਂ ਨੂੰ, ਉਹਨਾਂ ਕੁੱਤਿਆਂ ਨੂੰ ਛੱਡ ਕੇ ਵੀ ਸ਼ਿਕਾਰ ਖੇਡਦੇ ਨੇ, ਐਵੇਂ ਜੰਗਲ ਨੂੰ ਗਾਉਂਦੇ ਫਿਰਦੇ ਨੇ। ਗਾਉਣਾ ਹੁੰਦਾ ਵੀ ਜਿੱਧਰ ਦੀ ਜਾਂਦੇ ਨੇ ਉੱਥੇ ਸਭ ਕੁਝ ਮਸਲ ਕੇ ਮਲੀਆ ਮੇੜ ਕਰਦੇ ਜਾ ਰਹੇ ਨੇ। ਧਰ ਕੋ ਹੈ ਖਾਵਤ ਹੈ। ਇਹ ਸ਼ਿਕਾਰ ਖੇਡਦੇ ਹਨ। ਜਦੋਂ ਕੋਈ ਬਾਜ ਜਾ ਕੇ ਝੜਪ ਮਾਰਦਾ ਏ, ਜਦੋਂ ਕਹਿੰਦੇ ਵੀ ਕੋਈ ਸੂਰਮਾ ਸ਼ਿਕਾਰ ਖੇਡਦਾ ਏ, ਤਾਂ ਗੁਰੂ ਕਲਗੀਧਰ ਮਹਾਰਾਜ ਬਹੁਤ ਖੁਸ਼ ਹੁੰਦੇ ਨੇ। ਇਵੇਂ ਸਾਰੇ ਦਸਵੇਂ ਪਾਤਸ਼ਾਹ ਨੂੰ ਖੁਸ਼ ਕਰਦੇ ਹਨ। ਕੀ ਬਹੁ ਘਾਤ ਬਤਾਵਤ ਹੈ। ਅਤੇ ਫਿਰ ਬਨ ਕੀ ਬਹੁ ਘਾਤ ਬਤਾਵਤ ਹੈ। ਜੰਗਲ ਦੇ ਵਿੱਚ ਸ਼ਿਕਾਰ ਖੇਡਣ ਦੇ ਬਹੁਤੇ ਦਾ ਘਾ ਮਹਾਰਾਜ ਸਾਹਿਬ ਜੀ ਦੱਸਦੇ ਹਨ। ਤਾਪਨ ਆਏ ਨਿਵੇਸ਼ ਕਰੈ। ਆ ਫਿਰ ਐਵੇਂ ਸ਼ਿਕਾਰ ਖੇਡ ਕੇ ਮਹਾਰਾਜ ਜੀ ਵਾਪਸ ਜਿੱਥੇ ਕਿਲਾ ਬਣਿਆ ਹੈ ਉੱਥੇ ਥਿਰੇ ਹੋ ਕੇ ਉੱਥੇ ਨਿਵੇਸ਼ ਆਪਣੇ ਘਰ, ਆਪਣੇ ਆਸਣ ਦੇ ਵਿੱਚ ਮਹਾਰਾਜ ਜੀ ਪ੍ਰਵੇਸ਼ ਕਰਦੇ ਹਨ। ਬੈਠਤ ਹੈ ਮੁਰ ਭਾਉ ਧਰੈ। ਤੇ ਰਾਜਾ ਗੁਰੂ ਸਾਹਿਬ ਜੀ ਦੇ ਨਾਲ ਮਿਲ ਕੇ ਬੈਠਦਾ ਏ ਤੇ ਬਹੁਤੀ ਭਾਵਨਾ ਧਾਰਨ ਕਰਦਾ ਹੈ। ਜਿੱਥੇ ਮਹਾਰਾਜ ਜੀ ਆ ਕੇ ਨਿਵਾਸ ਕਰਦੇ ਸੀ, ਜਿੱਥੇ ਸਤਿਗੁਰਾਂ ਦਾ ਆਪਣਾ ਟਿਕਾਣਾ ਸੀ ਪੱਖਾ, ਪੱਕੇ ਟਿਕਾਣੇ ਦੇ, ਉੱਥੇ ਤਾਂ ਹੁਣ ਗੁਰੂ ਘਰ ਹੈਗਾ ਏ ਹੁਣ ਵੀ। ਤੇ ਪਰ ਬਾਕੀ ਜਿਹੜਾ ਉਹ ਗੜੀ ਬਣਾਈ ਸੀ, ਕਿਉਂਕਿ ਉਹ ਕਿਹੜਾ ਕੋਈ ਪੱਕਾ ਸੀਮੈਂਟ ਲੱਗਾ, ਸਹਿਜੇ ਸਹਿਜੇ ਉਹ ਜਿਹੜੀ ਢੇਰੀ ਜੀ ਹੋ ਗਈ, ਕੰਧ ਜੀ ਕੀਤੀ ਸੀ। ਹੋਰ ਵੀ ਜਿਹੜੇ ਕੱਚੇ ਕੋਠੇ ਪਹਿਲਾਂ ਬਣੇ ਸਨ ਉਹ ਵੀ ਢੇਰੀ ਹੋ ਗਿਆ। ਫਿਰ ਸਮਾਂ ਪਾ ਕੇ ਉੱਥੇ ਪੱਕੀਆਂ ਰਿਹਾਇਸ਼ਾਂ ਫਿਰ ਬਣ ਗਈਆਂ। ਤੇ ਜਿਹੜਾ ਪਾਉਂਟਾ ਸਾਹਿਬ ਅਸਥਾਨ ਮਹਾਰਾਜ ਸਾਹਿਬ ਜੀ ਜਿਹੜਾ ਨਗਰ ਵਸਾਇਆ, ਉੱਥੇ ਗੁਰੂ ਕਲਗੀਧਰ ਮਹਾਰਾਜ ਦੀਆਂ ਜਿਹੜੀਆਂ ਨਿਸ਼ਾਨੀਆਂ ਸਨ ਉਹ ਵੀ ਕੋਈ ਰਹਿ ਰੂ ਨਹੀਂ ਗਈਆਂ। ਜਿਹੜੀਆਂ 1967-70 ਤੀਕਰ ਉੱਥੇ ਮਹਾਰਾਜ ਦੀ ਯਾਦ ਵਿੱਚ ਕੋਈ ਯਾਦਾਂ ਕਾਇਮ ਸੀ, ਉਹ ਸਭ ਮਲੀਆ ਮੇੜ ਜਿਹਾ ਹੋ ਗਿਆ। ਇਸ ਕਿਉਂਕਿ ਸਾਡਾ ਪਤਾ ਹੀ ਵੀ ਇੱਦਾਂ ਹੀ ਅਸੀਂ ਕਰਦੇ ਹਾਂ ਵੀ ਕਿਸੇ ਨਾ ਕਿਸੇ ਬਹਾਨੇ ਜੀ ਆਹ ਕਰਨਾ, ਉਹ ਕਰਨਾ, ਸੇਵਾ ਕਰਨੀ ਹੈ। ਕੋਈ ਵਿਉਂਤ ਨਹੀਂ ਬਣਾਉਂਦੇ ਤੇ ਆਪਣੀਆਂ ਪੁਰਾਣੀਆਂ ਚੀਜ਼ਾਂ ਵੀ ਕਈ ਵਾਰ ਨਸ਼ਟ ਕਰ ਲੈਂਦੇ ਆ। ਉੱਦਾਂ ਹੀ ਪਾਉਂਟਾ ਸਾਹਿਬ ਵੀ ਇੱਦਾਂ ਹੀ ਹੋਇਆ ਹੈ। ਸੋ ਉੱਥੇ ਹੁਣ ਬਸ ਗੁਰੂ ਘਰ ਤਾਂ ਹੈ ਤਾਂ ਰਮਣੀਕ ਸਥਾਨ ਹੈ, ਪਰ ਹੋਰ ਜਿੱਥੇ ਕੋਈ ਯਾਦਗਾਰਾਂ ਬਣੀਆਂ ਸਨ ਉਹ ਬਹੁਤੀਆਂ ਉੱਦਾਂ ਕਾਇਮ ਨਹੀਂ ਨੇ ਉਸ ਧਰਤੀ 'ਤੇ। ਸੋ ਕਲਗੀਧਰ ਮਹਾਰਾਜ ਜਿੱਥੇ ਘਰ ਬਣੇ ਨੇ, ਪੱਕੇ ਮਕਾਨ, ਉੱਥੇ ਆ ਕੇ ਨਿਵੇਸ਼ ਕਰਦੇ ਨੇ, ਉੱਥੇ ਟਿਕ ਜਾਂਦੇ ਨੇ। ਰਾਜਾ ਵੀ ਮਹਾਰਾਜ ਦੇ ਨਾਲ ਬੈਠ ਜਾਂਦਾ ਏ ਤੇ ਬੜੇ ਪ੍ਰੇਮ ਦੇ ਨਾਲ ਗੁਰੂ ਸਾਹਿਬ ਦੇ ਨਾਲ ਬਚਨ ਕਰਦਾ ਹੈ। ਨਰ ਕੋ ਨਿਜ ਦੇਸ਼ ਪਠਾਵਤ ਹੈ। ਤੇ ਰੋਜ਼ ਹੀ ਕਹਿੰਦੇ ਵੀ ਇਹਨੇ ਕੀ ਕੀਤਾ ਵੀ ਜਿਹੜੇ ਕੁਝ ਮਨੁੱਖ ਨੇ ਨਾ, ਉਹਨਾਂ ਨੂੰ ਆਪਣੇ ਦੇਸ਼, ਆਪਣੀ ਰਾਜਧਾਨੀ ਸ਼ਹਿਰ ਦੇ ਵਿੱਚ ਇਹ ਮੇਦਨੀ ਪ੍ਰਕਾਸ਼ ਭੇਜਦਾ ਹੈ। ਉਹ ਭੇਜਦਾ ਕਾਹਦੇ ਲਈ ਹੈ? ਵੀ ਗੁਰੂ ਸਾਹਿਬ ਲਈ ਵਸਤੂਆਂ ਮੰਗਾਉਂਦਾ ਹੈ, ਵੀ ਚੰਗੇ ਚੰਗੇ ਕੋਈ ਬਾਗਾਂ ਦੇ ਫਲ ਗੁਰੂ ਸਾਹਿਬ ਨੂੰ ਭੇਟਾ ਕਰਨ ਲਈ, ਫੁੱਲਾਂ ਦੇ ਗੁਲਦਸਤੇ, ਫੁੱਲਾਂ ਦੀਆਂ ਮਾਲਾਂ, ਕਈ ਤਰ੍ਹਾਂ ਦੇ ਮੇਵੇ, ਕਈ ਤਰ੍ਹਾਂ ਦੇ ਪਕਵਾਨ। ਇਹ ਨੇਤੀ ਕਹਿੰਦੇ ਵੀ ਇਹਦੇ ਬੰਦੇ ਜਾਂਦੇ ਨੇ ਮੇਦਨੀ ਪ੍ਰਕਾਸ਼ ਦੇ ਨਾਹਨ ਸ਼ਹਿਰ ਦੇ ਵਿੱਚ
ਤੇ ਕਲਗੀਧਰ ਮਹਾਰਾਜ ਜੀ ਅਨੇਕਾਂ ਹੀ ਪਦਾਰਥ ਲੈ ਕੇ ਆਉਂਦੇ, ਗੁਰਾਂ ਨੂੰ ਹਾਜ਼ਰ ਕਰਦੇ ਹਨ। ਕਈ ਦਿਨ ਕਹਿੰਦੇ ਵੀ ਐਵੇਂ ਜਿੱਥੇ ਮਹਾਰਾਜ ਨੇ ਨਗਰ ਦਾ ਮੁੱਢ ਬੰਨਿਆ ਏ, ਰਾਜਾ ਮੇਦਨੀ ਪ੍ਰਕਾਸ਼ ਗੁਰਾਂ ਦੇ ਪਾਸ ਹੀ ਰਿਹਾ। ਫਿਰ ਇਹਨੇ ਚਾਹਿਆ ਵੀ ਹੁਣ ਮੈਂ ਨਾਹਨ ਰਿਆਸਤ ਆਪਣੇ ਸ਼ਹਿਰ ਆਪਣੀ ਰਾਜਧਾਨੀ ਵਿੱਚ ਵਾਪਸ ਜਾਵਾਂ। ਇਹਦਾ ਜਾਣ ਦਾ ਰੁਖ ਜਿਹਾ ਜਾਣ ਕੇ ਵੀ ਮਨ ਵਿੱਚ ਜਾਣਾ ਚਾਹੁੰਦਾ ਹੈ। ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਰਾਜਾ ਜੇ ਤੇਰੀ ਖਾਹਿਸ਼ ਹੈ ਹੁਣ ਆਪਣੇ ਘਰੇ ਆਪਣੇ ਰਾਜਧਾਨੀ ਵਿੱਚ ਜਾਣ ਦੀ ਤਾਂ ਤੂੰ ਫਿਰ ਚਲਿਆ ਜਾ, ਸੋਚਦਾ ਕਿਉਂ ਹੈ। ਮਹਾਰਾਜ ਸਾਹਿਬ ਜੀ ਨੇ ਐਵੇਂ ਕਹਿ ਕਰਕੇ ਇਹਦੇ ਦਿਲ ਦੀ ਜਾਣ ਕੇ ਮੇਦਨੀ ਪ੍ਰਕਾਸ਼ ਨੂੰ ਵਿਦਿਆ ਕੀਤਾ ਹੈ। ਤੁਰਨ ਲੱਗਿਆਂ ਰਾਜੇ ਨੇ ਮਹਾਰਾਜ ਦੇ ਕਰ ਕਮਲਾਂ ਦੇ ਵਾਹਿਗੁਰੂ ਮਹਾਰਾਜ ਦੇ ਚਰਨਾਂ ਦੇ ਉੱਤੇ ਆਪਣੇ ਦੋਵੇਂ ਹੱਥ ਰੱਖ ਕੇ ਭਾਵਨਾ ਨਾਲ ਮੱਥਾ ਟੇਕਿਆ। ਨਿਤ ਬਾਸ ਸਮੀਪੈ ਆਪਨ ਕੋ, ਤੇ ਕਹਿਣ ਲੱਗਾ ਮਹਾਰਾਜ ਮੇਰੇ ਵੱਡੇ ਭਾਗ ਵੀ ਤੁਹਾਡਾ ਨਿਵਾਸ ਨਿਤ ਹੀ ਮੇਰੇ ਪਾਸ ਹੋ ਗਿਆ, ਤੁਸੀਂ ਮੇਰੇ ਪਾਸ ਹੀ ਵਸ ਗਏ ਹੋ। ਮੈਨੂੰ ਹੁਣ ਬੜਾ ਹੀ ਭਰੋਸਾ ਹੈ ਤੁਹਾਡੇ ਉੱਤੇ ਵੀ ਜਿਹੜੇ ਵੈਰੀ ਮੈਨੂੰ ਤੰਗ ਕਰਦੇ ਨੇ ਉਹ ਸਭ ਨਾਸ ਹੋ ਜਾਣਗੇ। ਤੇ ਜਦੋਂ ਮਹਾਰਾਜ ਕੋਈ ਮੇਰੇ ਤਾਈਂ ਕਾਰਜ ਹੋਵੇ ਮੈਨੂੰ ਯਾਦ ਕਰੋ, ਮੈਂ ਉਸੇ ਵੇਲੇ ਹੀ ਤੁਹਾਡੇ ਪਾਸ ਹਾਜ਼ਰ ਹੋ ਜਾਵਾਂਗਾ। ਹਾਂ ਮਹਾਰਾਜ ਆਪਣੀ ਰੁਚੀ ਨਾਲ ਇੱਥੇ ਵਸੋ, ਜਿੰਨਾ ਚਿਰ ਜੀ ਕਰੇ ਜਿੱਥੇ ਵੀ ਜੀ ਕਰੇ ਚਿੱਤ ਕਰੇ ਵਸੋ, ਤੇ ਧਰਤੀ ਮਹਾਰਾਜ ਜਿਵੇਂ ਪਵਿੱਤਰ ਹੋਈ ਐਵੇਂ ਪਵਿੱਤਰ ਕਰਦੇ ਹੀ ਰਹੋ। ਬਹੁਤ ਕੀਮਤੀ ਧਨ ਦਾ ਆਸਰੇ ਪਾਓ, ਮਹਾਰਾਜ ਨੇ ਖਿਲਤ ਇਹਨੂੰ ਦਿੱਤੀ ਹੈ। ਸਭ ਦਸਤਾਰ ਤੇ ਪੋਸ਼ਾਕ ਤੇ ਸਭ ਸ਼ਸਤਰ ਜਿਹਦੇ ਵਿੱਚ ਹੁੰਦੇ ਨੇ ਐਸਾ ਸਰੂਪਾ ਦਿੱਤਾ। ਰਾਜੇ ਨੇ ਮਹਾਰਾਜ ਦੀ ਭੇਟਾ ਲੈ ਕੇ ਆਪਣੇ ਸਿਰ ਤੇ ਰੱਖੀ ਹੈ, ਜਿਹਦਾ ਭਾਵ ਹੁੰਦਾ ਵੀ ਮਹਾਰਾਜ ਤੁਹਾਡੀ ਭੇਟਾ ਸਿਰ ਮੱਥੇ ਪ੍ਰਵਾਨ ਹੈ। ਬਹੁਤ ਹੀ ਭਾਵਨਾ ਦੇ ਨਾਲ ਮਹਾਰਾਜ ਸਾਹਿਬ ਵੱਲੋਂ ਬਖਸ਼ਿਆ ਹੋਇਆ ਸਰੂਪਾ ਸਿਰ ਤੇ ਰੱਖ ਕੇ ਮਨ ਵਿੱਚ ਖੁਸ਼ੀ ਕੀਤੀ ਰਾਜੇ ਨੇ। ਗੁਰਾਂ ਦੀ ਆਗਿਆ ਲੈ ਕੇ ਚੜ ਵਾਹਨ ਪੈ ਤਬ ਜਾਤ ਭਇਓ, ਸਵਾਰੀ ਤੇ ਚੜ ਕੇ ਤੇ ਆਪਣੇ ਰਾਜਧਾਨੀ ਨਾਹਨ ਨੂੰ ਜਾਂਦਾ ਹੋਇਆ। ਤੇ ਨਾਹਨ ਸ਼ਹਿਰ ਦੇ ਵਿੱਚ ਜਾ ਕਰਕੇ ਕਹਿੰਦੇ ਨਿਸ਼ਚਿੰਤ ਹੋ ਗਿਆ। ਜੋ ਕਿ ਨਾ ਮਾਰੇ ਇੱਧਰ ਗੁਰੂ ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਜਮਨਾ ਦੇ ਕੰਢੇ ਤੇ ਹੀ ਆਪਣਾ ਨਿਵਾਸ ਕੀਤਾ, ਡੇਰਾ ਲਾ ਲਿਆ, ਛਾਉਣੀ ਬਣਾ ਲਈ। ਦੇਸਾਂ ਪ੍ਰਦੇਸਾਂ ਦੇ ਵਿੱਚ ਜਿੱਥੇ ਕਿਥੇ ਵੀ ਗੁਰੂ ਕਲਗੀਧਰ ਜੀ ਦਾ ਜਸ ਪਸਰ ਗਿਆ, ਮਹਾਰਾਜ ਦੀ ਮਹਿਮਾ ਸਾਰਿਆਂ ਦੇ ਕੰਨਾਂ ਤਾਈਂ ਪਹੁੰਚ ਗਈ। ਜਿਹੜਾ ਵੀ ਇਹ ਸੁਣ ਕੇ ਆਉਂਦਾ ਹੈ ਵੀ ਮਹਾਰਾਜ ਦਲ ਵਿੱਚ ਭਰਤੀ ਕਰਦੇ ਨੇ ਤਾਂ ਉਹ ਸੂਰਮਾ ਚੱਲ ਕੇ ਗੁਰੂ ਸਾਹਿਬ ਕੋ ਆਉਂਦਾ, ਜਿਹੜਾ ਆ ਗਿਆ ਮਹਾਰਾਜ ਉਹਨੂੰ ਦਲ ਵਿੱਚ ਰੱਖ ਲੈਂਦੇ ਹਨ। ਗੱਲ ਵੀ ਪ੍ਰਤ ਬਾਸਰ ਭਾਵ ਦਿਨ ਪ੍ਰਤੀ ਦਿਨ ਮਹਾਰਾਜ ਆਪਣੀ ਫੌਜ ਦੀ ਗਿਣਤੀ ਵਧਾਈ ਜਾ ਰਹੇ ਨੇ। ਕੋਈ ਹਿੰਦੂ ਹੈ ਸੂਰਮਾ, ਕੋਈ ਕਹਿੰਦੇ ਵੀ ਮੁਸਲਮਾਨ ਹੈ। ਜਿਹੜਾ ਵੀ ਸ਼ਸਤਰ ਧਾਰੀ ਹੋਵੇ ਤੇ ਗੁਰੂ ਸਾਹਿਬ ਕੋ ਜਾ ਕੇ ਕਹੇ ਨਾ ਵੀ ਮਹਾਰਾਜ ਮੈਂ ਤੁਹਾਡੇ ਦਲ ਵਿੱਚ ਰਹਿਣਾ ਚਾਹੁੰਦਾ ਹਾਂ, ਮਹਾਰਾਜ ਸਾਹਿਬ ਜੀ ਉਹਦੀ ਤਨਖਾਹ ਜਿਹੜੀ ਮੁਕਰਰ ਕਰਕੇ ਵੀ ਤੈਨੂੰ 2 ਮਹੀਨੇ 3 ਜਾਂ 6 ਮਹੀਨੇ ਇੰਨੀ ਦਿਆ ਕਰਾਂਗੇ, ਨੌਕਰ ਰੱਖ ਲੈਂਦੇ। ਭਾਵੇਂ ਕੋਈ ਹਿੰਦੂ ਹੁੰਦਾ ਹੈ ਭਾਵੇਂ ਕੋਈ ਕਹਿੰਦੇ ਮੁਸਲਮਾਨ ਹੁੰਦਾ ਹੈ, ਹੋਵੇ ਸ਼ਸਤਰ ਧਾਰੀ ਸਾਰਿਆਂ ਦੀ ਕਦਰ ਕਰਦੇ ਹਨ। ਮਹਾਰਾਜ ਸਾਹਿਬ ਉਹਨਾਂ ਨੂੰ ਮਿਸਲਾਂ 'ਚ ਜਥਿਆਂ 'ਚ ਮਿਲੀ ਜਾਂਦੇ ਆ ਵੀ ਜਿੱਥੇ ਕੋਈ ਜਿੱਦਾਂ ਦੇ ਜਥੇ ਬਣੇ ਨੇ ਵੀ ਇਹ ਮੁਸਲਮਾਨ ਤੁਰਕ ਜਿਹੜੇ ਜਥੇ ਵਿੱਚ ਨੇ, ਜਿਹੜੇ ਜਥੇ 'ਚ ਕੋਈ ਬਹੁਤੇ ਹਿੰਦੂ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਇਸ ਤਰ੍ਹਾਂ ਕਹਿੰਦੇ ਵੀ ਮਿਸਲਾਂ ਦੇ ਵਿੱਚ ਜਿਹੋ ਜਿਹੀ ਕੋਈ ਪਲਟਨ ਹੈ ਉਹਦੇ ਵਿੱਚ ਹੀ ਮੇਲ ਦਿੰਦੇ ਹਨ। ਇਸ ਤਰ੍ਹਾਂ ਬਹੁਤ ਭਾਰੀ ਦਲ ਮਹਾਰਾਜ ਸਾਹਿਬ ਨੇ ਬਹੁਤੀਆਂ ਫੌਜਾਂ ਇਕੱਠੀਆਂ ਕਰ ਲਈਆਂ ਤੇ ਬੜੇ ਜ਼ੋਰ ਦੇ ਨਾਲ ਅਭਿਆਸ ਕਰਾਉਂਦੇ ਹੋਏ ਇੱਕੇ ਵਾਰੀ ਗੋਲੀਆਂ ਚਲਾਉਂਦੇ ਨੇ। ਪਲਟਣਾ ਦੇ ਕੋਲੋਂ ਬੜਾ ਹੀ ਉਸ ਵੇਲੇ ਸ਼ੋਰ ਸ਼ਰਾਬਾ ਹੁੰਦਾ।
ਤੇ ਜਦੋਂ ਇੱਕੇ ਵਾਰਾਂ ਬੰਦੂਕਾਂ 'ਚੋਂ ਗੋਲੀਆਂ ਚੱਲਦੀਆਂ ਤਾਂ ਦੂਰ ਦੂਰ ਤੀਕਰ ਪਹਾੜ ਗੂੰਜਦੇ ਤੇ ਗੋਲੀਆਂ ਚੱਲਣ ਦੀ ਧੁਨੀ ਆਵਾਜ਼ ਸੁਣਾਈ ਪੈਂਦੀ ਹੈ। ਉਹ ਜੋ ਇਲਾਕਾ ਇਹ ਪਹਾੜਾਂ 'ਚ ਵਸਣ ਵਾਲੇ ਲੋਕ ਜਿੱਥੇ ਕਿੱਥੇ ਇਹੀ ਗੱਲਾਂ ਕਰਦੇ ਹਨ। ਕਹਿੰਦੇ ਵੀ ਇੱਧਰ ਜਮਨਾ ਦੇ ਕੰਢੇ ਤੇ ਗੁਰੂ ਕਲਗੀਧਰ ਸਾਹਿਬ ਆਏ ਨੇ ਤੇ ਬਹੁਤ ਹੀ ਮਜ਼ਬੂਤ ਬਹੁਤ ਵੱਡਾ ਕਿਲ੍ਹਾ ਮਹਾਰਾਜ ਨੇ ਬਣਾ ਲਿਆ ਹੈ। ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੰਗ ਕਰਨ ਦਾ ਯੁੱਧ ਮਚਾਉਣ ਦਾ ਚਿੱਤ ਦਾ ਫੁਰਨਾ ਹੈ, ਚਿੱਤ ਵਿੱਚ ਜੰਗ ਕਰਨਾ ਚਾਹੁੰਦੇ ਨੇ। ਇਹ ਇਲਾਕੇ ਦੇ ਵਿੱਚ ਲੋਕ ਜਿਹੜੇ ਨੇ ਪਹਾੜੀਏ ਗੱਲਾਂ ਕਰਦੇ ਵੀ ਸਤਿਗੁਰੂ ਜੀ ਆਪਣਾ ਦਲ ਰੋਜ਼ ਹੀ ਵੱਡਾ ਕਰ ਰਹੇ ਨੇ, ਦਲ ਦੇ ਵਿੱਚ ਭਰਤੀ ਰੋਜ਼ ਹੀ ਕਰੀ ਜਾ ਰਹੇ ਨੇ। ਫਿਰ ਕਹਿੰਦੇ ਵੇਖੋ ਵੀ ਦੂਣ ਦੇ ਇਲਾਕੇ 'ਚ ਜਿੱਥੇ ਕਿੱਥੇ ਮਹਾਰਾਜ ਜੀ ਕਰੇ ਚਿੱਤ ਕਰੇ ਤੇ ਸ਼ਿਕਾਰ ਖੇਡਦੇ ਵਿਚਰਦੇ ਹਨ। ਤੇ ਜਦੋਂ ਗੋਲੀਆਂ ਦਾ ਖੜਕਾ ਆਉਂਦਾ, ਕੋਈ ਓਪਰਾ ਜਿਹਾ ਆਉਂਦਾ ਨਾ ਪਹਾੜੀਆਂ ਦੇ ਘਰੇ, ਉਹ ਕਹਿੰਦੇ ਵੀ ਆਹ ਖੜਕਾ ਕਿੱਥੋਂ ਆਇਆ? ਉਹ ਦੱਸਦੇ ਨੇ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੂਰਮੇ ਚਲਾਉਂਦੇ ਹਨ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਕਹਿ ਕੇ ਵੀ ਵਿਖਾਓ ਨਿਸ਼ਾਨਾ ਆਪਣਾ। ਐਵੇਂ ਸਾਰੇ ਜਿਹੜੇ ਬੰਦੂਕ ਧਾਰੀ ਸੂਰਮੇ ਨੇ, ਉਹਨਾਂ ਦੇ ਤੀਰ ਧਾਰੀ ਹੋਰ ਸ਼ਸਤਰ ਧਾਰੀ ਸੂਰਮੇ ਉਹਨਾਂ ਦੇ ਨਿਸ਼ਾਨੇ ਪਰਖਦੇ ਨੇ ਤੇ ਫਿਰ ਹੌਸਲਾ ਵਧਾਉਣ ਦੇ ਲਈ ਇਨਾਮ ਦਿੰਦੇ ਨੇ। ਬਹੁਤਾ ਹੀ ਧਨ ਮਹਾਰਾਜ ਸਾਹਿਬ ਸੂਰਮਿਆਂ ਨੂੰ ਵੰਡਦੇ ਹਨ। ਤੇ ਜਿਹੜੇ ਸੂਰਮੇ ਸੁਣਦੇ ਹਨ ਵੀ ਮਹਾਰਾਜ ਸਾਹਿਬ ਸੂਰਮਿਆਂ ਦੀ ਕਦਰ ਬੜੀ ਕਰਦੇ ਨੇ, ਉਹ ਨੌਕਰ ਹੁੰਦੇ ਨੇ ਆ ਕਰਕੇ। ਬਹੁਤ ਐਵੇਂ ਸੁੱਖ ਵੇਖਣ ਵਾਸਤੇ ਵੀ ਗੁਰੂ ਮਹਾਰਾਜ ਦੀ ਫੌਜ ਵਿੱਚ ਗੁਰਾਂ ਦੇ ਦਰਸ਼ਨ ਹੋਣਗੇ, ਨਾਲੇ ਆਨੰਦ ਲਵਾਂਗੇ, ਸੁੱਖ ਮਿਲੇਗਾ, ਇਸ ਭਾਵਨਾ ਨਾਲ ਆਉਂਦੇ ਨੇ। ਆ ਕਈ ਵਾਰਾਂ ਕੋਈ 20 ਜਾਣੇ ਇਕੱਠੇ ਆਉਂਦੇ ਆ, ਕਈ ਵਾਰਾਂ ਕੋਈ 25 ਆਉਂਦੇ ਆ, ਸਾਰਿਆਂ ਨੂੰ ਰੱਖ ਲੈਂਦੇ, ਕਿਸੇ ਨੂੰ ਨਾ ਹੀ ਨਹੀਂ ਕਰਦੇ। ਆ ਕਦੀ ਕੋਈ 30 ਜਾਣੇ ਆ ਜਾਂਦੇ ਨੇ, ਕਿਉਂਕਿ ਟੁਕੜੀਆਂ ਹੁੰਦੀਆਂ ਨੇ, ਆਪੋ ਆਪਣੇ ਕੋਈ ਇਲਾਕਿਆਂ 'ਚੋਂ ਇਕੱਠੇ ਹੋ ਕੇ ਆਉਂਦੇ, ਕੋਈ 20 ਆਉਣ 25 ਆਉਣ 30 ਆਉਣ, ਉਹਨਾਂ ਦਾ ਹੁਲੀਆ ਲਿਖ ਦਿੰਦੇ ਆ, ਚਿਹਰਾ ਸਭ ਕੁਝ ਲਿਖ ਲੈਂਦੇ ਆ ਵਹੀ ਦੇ ਉੱਤੇ ਵੀ ਇੱਥੇ ਇਹਦੇ ਆਹ ਚਿੰਨ੍ਹ ਹੈ, ਇਹਦਾ ਮਹਾਂਦਰਾ ਇਹੋ ਜਿਹਾ, ਰੰਗ ਇਹੋ ਜਿਹਾ, ਕਾਹਦਾ ਏਡਾ ਕੁ ਵੀ ਪਛਾਣ ਰਵੇ ਸੂਰਮਿਆਂ ਦੀ। ਸੋ ਇਸ ਤਰ੍ਹਾਂ ਚਿਹਰਾ ਮੋਹਰਾ ਜਿਹਾ ਪਛਾਣ ਜੀ ਲਿਖ ਲੈਂਦੇ ਨੇ ਤੇ ਸਾਰਿਆਂ ਨੂੰ ਭਰਤੀ ਕਰ ਲੈਂਦੇ ਹਨ। ਤੇ ਫਿਰ ਜਿਹੜੇ ਘੋੜਿਆਂ ਦੇ ਸੁਦਾਗਰ ਵਪਾਰੀ ਨੇ, ਉਹਨਾਂ ਨੂੰ ਵੀ ਪਤਾ ਲੱਗਾ ਵੀ ਮਹਾਰਾਜ ਦਲ ਵਧਾ ਰਹੇ ਨੇ, ਤਾਂ ਘੋੜੇ ਵੀ ਚਾਹੀਦੇ ਨੇ, ਫਿਰ ਘੋੜੇ ਵੇਚਣ ਲਈ ਆਉਂਦੇ ਗੁਰਾਂ ਪਾਸ। ਮਹਾਰਾਜ ਸਾਹਿਬ ਜੀ ਨੂੰ ਜਿੰਨਾ ਧਨ ਕਹਿੰਦੇ ਨੇ ਮਹਾਰਾਜ ਉਹਨਾਂ ਦਿੰਦੇ, ਸਗੋਂ ਇਨਾਮ ਦਿੰਦੇ ਹਨ। ਤੇ ਧਨ ਬਹੁਤਾ ਲੈ ਕੇ ਖੁਸ਼ ਹੋ ਕੇ ਘਰਾਂ ਨੂੰ ਜਾਂਦੇ ਵਪਾਰੀ, ਕਿਉਂਕਿ ਬੜੇ ਵਪਾਰੀ ਜਿਹੜੇ ਸੀ ਘੋੜੇ ਵੇਚਣ ਵਾਸਤੇ ਮਹਾਰਾਜ ਕੋ ਆਉਂਦੇ ਰਹੇ, ਜਿਨ੍ਹਾਂ ਦੇ ਵਿੱਚੋਂ ਹੀ ਸਾਧ ਸੰਗਤ ਜੀ ਜਿਵੇਂ ਨਿਹੰਗ ਖਾਨ ਦੀ ਸਾਖੀ ਆਉਂਦੀ ਹੈ ਜਾਂ ਭਾਈ ਗਨੀ ਖਾਨ ਮਨੀ ਖਾਨ ਦੀ ਸਾਖੀ ਆਉਂਦੀ ਹੈ। ਇਹ ਸਾਰੇ ਹੀ ਉਹ ਯੋਧੇ ਜਿਹੜੇ ਮਹਾਰਾਜ ਕੋਲ ਐਵੇਂ ਘੋੜੇ ਵੇਚਣ ਦੇ ਬਹਾਨੇ ਆਉਂਦੇ ਜਾਂਦੇ, ਮੇਲ ਮਿਲਾਪ ਹੁੰਦਾ ਰਹਿੰਦਾ ਸੀ ਤੇ ਬਹੁਤ ਗੁਰੂ ਦੀਆਂ ਬਖਸ਼ਿਸ਼ਾਂ ਲੈਂਦੇ, ਪ੍ਰੇਮ ਪਿਆਰ ਪੈ ਗਿਆ ਮਹਾਰਾਜ ਦੇ ਨਾਲ। ਸੋ ਇਸ ਪ੍ਰਕਾਰ ਦੇ ਨਾਲ ਬਹੁਤੇ ਸੁਦਾਗਰ ਘੋੜੇ ਲੈ ਕੇ ਆਉਂਦੇ ਨੇ, ਵੇਚਦੇ ਨੇ, ਗੁਰਾਂ ਕੋ ਧਨ ਲੈਂਦੇ ਨੇ, ਖੁਸ਼ ਹੋ ਕੇ ਆਪਣੇ ਘਰਾਂ ਨੂੰ ਜਾਂਦੇ ਹਨ। ਐਵੇਂ ਬਲਵਾਨ ਉਤਰੰਗ ਕੇ ਵੀਰ ਕੋ, ਕਹਿੰਦੇ ਬਲ ਵਾਲਾ ਘੋੜਾ ਹੋਵੇ ਤੇ ਭਾਵੇਂ ਕੋਈ ਸੂਰਮਾ ਹੋਏ। ਜਿਹੜਾ ਵੀ ਇੱਕ ਵਾਰ ਗੁਰੂ ਕਲਗੀਧਰ ਮਹਾਰਾਜ ਜੀ ਦੇ ਪਾਸ ਪਹੁੰਚ ਜਾਂਦਾ ਹੈ, ਮਹਾਰਾਜ ਸਾਰਿਆਂ ਨੂੰ ਆਪਣੇ ਸਮੀਪੀ ਬਣਾ ਲੈਂਦੇ ਨੇ। ਜਿੰਨੇ ਕੋਈ ਘੋੜੇ ਲੈ ਕੇ ਆਉਂਦਾ ਉਹ ਵੀ ਖਰੀਦ ਲੈਂਦੇ, ਜਿੰਨੇ ਸੂਰਮੇ ਭਰਤੀ ਹੋਣ ਆਉਂਦੇ ਸਾਰਿਆਂ ਨੂੰ ਮਹਾਰਾਜ ਆਪਣੇ ਪਾਸ ਹੀ ਰੱਖ ਲੈਂਦੇ ਨੇ। ਜਦੋਂ 6 ਮਹੀਨੇ ਹੁੰਦੇ ਨੇ ਉਦੋਂ ਧਨ ਦਿੰਦੇ ਨੇ। ਇਨਾਮ ਜਿਹੜੇ ਨੇ ਉਹ ਸੂਰਮਿਆਂ ਦੇ ਜੌਹਰ ਵੇਖ ਕੇ ਸਦਾ ਹੀ ਵੰਡੀ ਜਾਂਦੇ ਨੇ। ਜਿਹੜੇ ਜਿਨ੍ਹਾਂ ਨਾਲ ਤਨਖਾਹ ਮੁਕਰਰ ਕੀਤੀ ਹੈ ਉਹ ਤਨਖਾਹ 6 ਮਹੀਨੇ ਦੇ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਵੀ ਲੋੜ ਪੈਂਦੀ ਨਹੀਂ ਤਨਖਾਹ ਦੀ। ਇਨਾਮ ਦੇ ਤੌਰ ਤੇ ਮਹਾਰਾਜ ਬਥੇਰੀ ਮਾਇਆ ਦੇ ਦਿੰਦੇ ਹਨ। ਆ ਜਮਨਾ ਦੇ ਨੀਲੇ ਕਾਲੇ ਪਾਣੀ ਦੇ ਕੰਢੇ ਬੈਠ ਕੇ ਮਹਾਰਾਜ ਕਈ ਤਰ੍ਹਾਂ ਦੇ ਬਿਲਾਸ ਕੌਤਕ ਆਨੰਦ ਕਰਦੇ ਨੇ। 4 ਸਫੇਰੇ ਕਹਿੰਦੇ ਸਬਜ਼ੀ ਕੀ ਹੈ, ਹਰਿਆਵਲਤਾ ਹੀ ਹਰਿਆਵਲਤਾ ਹੈ, ਜਿਹਨੂੰ ਵੇਖ ਕੇ ਮਹਾਰਾਜ ਬੜੇ ਆਨੰਦਿਤ ਹੁੰਦੇ ਹਨ।
ਆ ਮੈਲ ਤੋਂ ਰਹਿਤ ਜਮਨਾ ਦਾ ਪ੍ਰਵਾਹ ਹੈ, ਇਹਦੇ ਵਿੱਚ ਮਹਾਰਾਜ ਨਿਤ ਹੀ ਇਸ਼ਨਾਨ ਕਰਦੇ ਹਨ। ਜਿਹੜੇ ਗੁਰੂ ਦੇ ਸਿੱਖ ਨੇ ਉਹ ਵੀ ਇਸ਼ਨਾਨ ਕਰਕੇ ਦੂਰ ਦੂਰ ਤਾਈਂ ਕੰਢਿਆਂ ਦੇ ਬਹਿ ਜਾਂਦੇ ਆ, ਚੌਂਕੜਾ ਮਾਰ ਕੇ ਮੂਲ ਮੰਤਰ ਗੁਰ ਮੰਤਰ ਦੇ ਜਾਪ ਕਰਦੇ ਹਨ। ਘੋੜਿਆਂ ਦੇ ਲਈ ਕਹਿੰਦੇ ਵੀ ਘਾਹ ਪੱਠੇ ਦੀ ਕੋਈ ਕਮੀ ਨਹੀਂ ਹੈ, ਲੰਗਰ ਦੇ ਵਾਸਤੇ ਕੋਈ ਅੱਗ ਦੇ ਲਈ ਬਾਲਣ ਦੀ ਕਮੀ ਕੋਈ ਨਹੀਂ ਉੱਥੇ। ਜਦੋਂ ਸੰਗਤਾਂ ਨੂੰ ਪਤਾ ਲੱਗਾ ਵੀ ਨਵਾਂ ਨਗਰ ਬਣ ਕੇ ਮਹਾਰਾਜ ਜਮਨਾ ਦੇ ਕੰਢੇ ਤੇ ਇਸ ਵੇਲੇ ਟਿਕੇ ਹੋਏ ਨੇ, ਤਾਂ ਸੰਗਤ ਜਿਹੜੀ ਆਨੰਦਪੁਰ ਆਉਂਦੀ ਉੱਥੋਂ ਸਿੱਧਾ ਫਿਰ ਅੱਗੇ ਜਮਨਾ ਵੱਲ ਨੂੰ ਆਉਂਦੇ ਨੇ। ਜਦੋਂ ਦਰਬਾਰ ਸਜਦਾ ਏ ਮਹਾਰਾਜ ਸਾਹਿਬ ਦੇ ਦਰਸ਼ਨ ਕਰਦੇ ਨੇ ਦੀਵਾਨ ਵਿੱਚ ਆ ਕੇ, ਹੱਥ ਜੋੜ ਜੋੜ ਨਮਸਕਾਰਾਂ ਕਰਦੇ ਨੇ, ਪ੍ਰੇਮ ਭੇਟਾ ਗੁਰਾਂ ਦੇ ਅੱਗੇ ਰੱਖਦੇ ਨੇ। ਕਈ ਤਰ੍ਹਾਂ ਦੇ ਸ਼ਸਤਰ ਲੈ ਕੇ ਆਉਂਦੇ ਨੇ ਮਹਾਰਾਜ ਸਾਹਿਬ ਦੀ ਖੁਸ਼ੀ ਲੈਣ ਹਿੱਤ। ਕਈ ਜਾਤਾਂ ਦੇ ਭਾਵ ਕਈ ਕਿਸਮਾਂ ਦੇ ਕਈ ਨਸਲਾਂ ਦੇ ਘੋੜੇ ਵੀ ਸੂਰਮੇ ਖਰੀਦ ਕੇ ਸਿੱਖ ਲਿਆਉਂਦੇ ਤੇ ਮਹਾਰਾਜ ਨੂੰ ਭੇਟ ਕਰਦੇ ਹਨ। ਬਹੁਤ ਹੀ ਮੁੱਲ ਦੇ ਕਹਿੰਦੇ ਵੀ ਕੋਈ ਅਰਬੀ ਨਸਲ ਦਾ ਏ, ਕੋਈ ਇਰਾਨੀ ਹੈ, ਕੋਈ ਇੱਧਰ ਲਹਿੰਦੇ ਵੱਲ ਦਾ ਏ, ਕੋਈ ਕਿਤਿਓਂ ਦਾ ਹੈ। ਬਹੁਤ ਮੁੱਲ ਦੇ ਘੋੜੇ ਜਿਹੜੇ ਹਨ ਖਰੀਦ ਕੇ ਮਹਾਰਾਜ ਲਈ ਲਿਆਉਂਦੇ ਨੇ, ਤੇ ਸਤਿਗੁਰਾਂ ਦੇ ਚੋਲੇ ਦਾ ਕੱਪੜਾ ਵੀ ਬੜਾ ਮੁੱਲ ਦਾ ਕੀਮਤੀ ਲਿਆਉਂਦੇ ਹਨ। ਤੇ ਜੋ ਵੀ ਮਨ ਦੀਆਂ ਚਾਹਨਾ ਹੁੰਦੀਆਂ ਨੇ ਮਹਾਰਾਜ ਸਾਹਿਬ ਜੀ ਦੇ ਕੋਲੋਂ ਉਹ ਪੂਰੀਆਂ ਹੋ ਜਾਂਦੀਆਂ, ਪ੍ਰਾਪਤ ਕਰ ਲੈਂਦੇ ਨੇ। ਆਓ ਦੂਣ ਦੇ ਇਲਾਕੇ ਜਿੱਥੇ ਜੰਗਲ ਸੀ ਮਹਾਰਾਜ ਨੇ ਮੰਗਲ ਲਾ ਦਿੱਤਾ ਤੇ ਬਹੁਤ ਮਾਈ ਭਾਈ ਮਿਲ ਕੇ ਇਕੱਠੇ ਹੋ ਜਾਂਦੇ, ਮਾਨੋ ਮੇਲਾ ਹੀ ਲੱਗਿਆ ਹੋਵੇ। ਇੱਕ ਕੋਈ ਆ ਰਿਹਾ ਹੈ, ਕੁਝ ਦਿਨ ਰਹਿੰਦੇ ਨੇ, ਕੋਈ ਵਾਪਸ ਆਪਣੇ ਨਗਰ ਨੂੰ ਜਾ ਰਿਹਾ ਯਾਤਰਾ ਕਰਕੇ। ਇੱਕ ਐਸੇ ਸਿੱਖ ਨੇ ਜਿਹੜੇ ਸਦਾ ਗੁਰੂ ਕਲਗੀਧਰ ਮਹਾਰਾਜ ਦੇ ਕੋਲ ਹਜ਼ੂਰੀ 'ਚ ਹੀ ਰਹਿੰਦੇ ਹਨ। ਕਰ ਪੂਰ ਮਨੋਰਥ ਜੇ ਉਰ ਕੇ, ਜੋ ਦਿਲ ਦੀਆਂ ਭਾਵਨਾ ਉਹ ਸਾਰੀਆਂ ਮਹਾਰਾਜ ਕੋਲੋਂ ਪੂਰੀਆਂ ਪਾਉਂਦੇ ਹਨ। ਸੋ ਇਸ ਤਰ੍ਹਾਂ ਜਿੱਥੇ ਮਹਾਰਾਜ ਨੇ ਨਗਰ ਵਸਾਇਆ ਉੱਥੇ ਤੋਂ ਭਾਵ ਉਹਦੇ ਪਰਲੇ ਪਾਸੇ ਉਧਰ ਜਮਨਾ ਤੋਂ ਦੂਜੇ ਪਾਸੇ ਕਹਿੰਦੇ ਵੀ ਉਧਰਲੇ ਬੰਨੇ ਜਿਹੜਾ ਰਾਜ ਹੈ ਉੱਤੇ ਰਾਜ ਸ੍ਰੀਨਗਰ ਕੋ, ਸ੍ਰੀਨਗਰ ਰਾਜਧਾਨੀ ਸੀ ਗੜਵਾਲ। ਹੁਣ ਇਹ ਉੱਤਰਾਂਚਲ ਦਾ ਹਿੱਸਾ ਹੈ। ਜਦੋਂ ਆਪਾਂ ਪਰੇ ਨੂੰ ਜਾਂਦੇ ਹਾਂ ਨਾ ਦਰਸ਼ਨ ਕਰਨ ਦੇ ਵਾਸਤੇ ਪਟਨਾ ਸਾਹਿਬ, ਵਾਹਿਗੁਰੂ ਹੇਮਕੁੰਟ ਸਾਹਿਬ, ਤੇ ਉਹ ਜਿਹੜੇ ਇੱਧਰੋਂ ਸਿੱਖ ਜਾਂਦੇ ਇੱਕ ਰਾਤ ਫਿਰ ਇੱਥੇ ਗੜਵਾਲ ਹੀ ਰਹਿੰਦੇ ਨੇ, ਇੱਥੇ ਰਹਿਣਾ ਪੈਂਦਾ। ਸ੍ਰੀਨਗਰ ਉੱਥੋਂ ਦੀ ਰਾਜਧਾਨੀ ਹੁੰਦੀ ਸੀ, ਬੜੀ ਤਗੜੀ ਉਹ ਨਗਰ। ਕਈ ਵਾਰ ਰੁੜ ਰੜ ਵੀ ਗਿਆ। ਉੱਥੇ 10ਵੇਂ ਪਾਤਸ਼ਾਹ ਜੀ ਦਾ ਉਹ ਹੱਥ ਲਿਖਤ 10ਮ ਗ੍ਰੰਥ ਦਾ ਸਰੂਪ ਵੀ ਉੱਥੇ ਇੱਕ ਪਿਆ ਹੋਇਆ ਹੈ, ਉਹਦੇ ਦਰਸ਼ਨ ਕਰਾਉਂਦੇ ਹਨ। ਜਦੋਂ ਗੜਵਾਲ ਜਾਈਏ ਕਿਤੇ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਤਾਂ 10ਮ ਪਾਤਸ਼ਾਹ ਜੀ ਦੇ 10ਮ ਗ੍ਰੰਥ ਦਾ ਸਰੂਪ ਉੱਥੇ ਇੱਕ ਸੁਭਾਏਮਾਨ ਹੈ। ਮਹਾਰਾਜ ਸਾਹਿਬ ਜੀ ਦੇ ਦਸਤਕ ਹੋਏ ਨੇ, ਹੱਥ ਲਿਖਤ ਸਰੂਪ ਹੈ। ਸੋਹਣਾ ਗੁਰਦੁਆਰਾ ਸਾਹਿਬ ਬਣਿਆ, ਮਾਈ ਭਾਈ ਸੰਗਤ ਉੱਥੇ ਕਰਾਤ ਰਹਿੰਦੀ ਹੈ। ਫਿਰ ਉੱਥੋਂ ਚੱਲ ਕੇ ਤੇ ਫਿਰ ਅਗਲੇ ਦਿਨ ਜਿਹੜੇ ਹਨ ਉਹ ਹੇਮਕੁੰਟ ਸਾਹਿਬ ਪਹੁੰਚਦੇ ਹਨ। ਤੇ ਇਸ ਪ੍ਰਕਾਰ ਦੇ ਨਾਲ ਉਹ ਜੋ ਸ੍ਰੀਨਗਰ ਕਹਿੰਦੇ ਵੀ ਜਮਨਾ ਦੇ ਪਰਲੇ ਪਾਸੇ ਗੜਵਾਲ ਰਿਆਸਤ ਦੀ ਰਾਜਧਾਨੀ ਕਹਿੰਦੇ ਸ੍ਰੀਨਗਰ ਹੈ, ਸ੍ਰੀਨਗਰ ਵਾਲਿਆਂ ਦਾ ਰਾਜ ਹੈ। ਤੇ ਇੱਧਰ ਜਮਨਾ ਤੋਂ ਉਰਲੇ ਪਾਸੇ ਜਿੱਥੇ ਮਹਾਰਾਜ ਨੇ ਪੜਾ ਲਾਇਆ ਇਹ ਨਾਹਣਪਤੀ ਦੀ ਹੱਦ ਹੈ। ਇੱਥੋਂ ਤੀਕਰ ਦੇਸ਼ ਦੀ ਸਿਰਮੌਰ ਦੀ ਰਿਆਸਤ ਦਾ ਅਖੀਰਲਾ ਪਾਸਾ ਏ। ਜਿਹੜੇ ਦੋਵੇਂ ਹੀ ਪਹਾੜੀ ਰਾਜੇ ਹਨ, ਇੱਕ ਪਾਸੇ ਗੜਵਾਲੀਆ ਫਤਿਹ ਸ਼ਾਹ, ਦੂਜੇ ਪਾਸੇ ਨਾਹਣ ਦਾ ਰਾਜਾ ਸਿਰਮੌਰ ਦਾ ਇਹ ਮੇਦਨੀ ਪ੍ਰਕਾਸ਼, ਦੋਵਾਂ ਰਾਜਿਆਂ ਦੀਆਂ ਜਿਹੜੀਆਂ ਰਾਜਧਾਨੀਆਂ ਹਨ। ਇਹਨਾਂ ਦੇ ਵਿਚਕਾਰ ਗੁਰੂ ਕਲਗੀਧਰ ਮਹਾਰਾਜ ਦੀ ਗੱਦੀ, ਮਹਾਰਾਜ ਦਾ ਸਿੰਘਾਸਣ ਲੱਗਾ ਹੋਇਆ ਏ। ਤੇ ਸਤਿਗੁਰੂ ਮਹਾਰਾਜ ਕਿਉਂਕਿ ਆਨੰਦਪੁਰ ਸਾਹਿਬ ਤੋਂ ਚੱਲ ਕੇ ਫਿਰ ਜਦੋਂ ਇੱਥੇ ਆਏ ਬੜੀਆਂ ਥਾਵਾਂ ਵੇਖੀਆਂ। ਰਾਜਾ ਕਹਿੰਦਾ ਇੱਥੇ ਵੇਖੋ, ਇੱਥੇ ਵੇਖੋ, ਆਹ ਵੇਖੋ, ਕੋਈ ਪਸੰਦ ਨਹੀਂ ਆਈ। ਕਈ ਦਿਨ ਮਹਾਰਾਜ ਫਿਰਦੇ ਤੁਰਦੇ ਰਹੇ। ਅਖੀਰ ਜਿੱਥੇ ਮਹਾਰਾਜ ਨੂੰ ਜਗ੍ਹਾ ਪਸੰਦ ਆਈ, ਜਿੱਥੇ ਪਾਮ ਟਿਕ ਗਿਆ,
ਭਾਵ ਜਿੱਥੇ ਮਹਾਰਾਜ ਨੇ ਆਖਿਆ ਵੀ ਅਸੀਂ ਇੱਥੇ ਵਸਾਂਗੇ। ਆਨੰਦਪੁਰ ਤੇ ਆਏ। ਆਨੰਦਪੁਰ ਸਾਹਿਬ ਤੋਂ ਆ ਕੇ ਜਿੱਥੇ ਮਹਾਰਾਜ ਦੇ ਪੈਰ ਟਿਕੇ, ਪੈਰ ਟਿਕਣ ਤੋਂ ਭਾਵ ਜਿੱਥੇ ਮਹਾਰਾਜ ਨੇ ਡੇਰਾ ਕੀਤਾ, ਇਸ ਕਰਕੇ ਮਹਾਰਾਜ ਨੇ ਨਾਮ ਹੀ ਪਾਵਟਾ ਰੱਖ ਦਿੱਤਾ, ਪਾਉਂਟਾ ਸਾਹਿਬ। ਦਸਮ ਗ੍ਰੰਥ ਵਿੱਚ ਵੀ ਮਹਾਰਾਜ ਨੇ ਇਦਾਂ ਹੀ ਜ਼ਿਕਰ ਕੀਤਾ, ਕਹਿੰਦੇ ਵੀ ਇੱਥੇ ਆ ਕੇ ਪੈਰ ਟਿਕੇ ਸਾਡੇ। ਬਚਿੱਤਰ ਨਾਟਕ ਵਿੱਚ ਆਪਣੀ ਮਹਾਰਾਜ ਨੇ ਜਿੱਥੇ ਕਥਾ ਲਿਖੀ, ਉੱਥੇ ਮਹਾਰਾਜ ਸਾਹਿਬ ਨੇ ਦੱਸਿਆ ਵੀ ਅਸੀਂ ਆਨੰਦਪੁਰ ਸਾਹਿਬ ਤੋਂ ਚੱਲ ਕੇ ਸਿਰਮੌਰ ਗਏ, ਬੜੇ ਇਲਾਕੇ ਵੇਖੇ, ਫਿਰ ਅਖੀਰ ਜਮਨਾ ਦੇ ਕੰਢੇ ਜਿੱਥੇ ਸਾਡਾ ਪੈਰ ਟਿਕਿਆ ਉੱਥੇ ਪਾਉਂਟਾ ਸਾਹਿਬ ਨਗਰ ਅਸੀਂ ਬੰਨਿਆ। ਨਾਮ ਹੀ ਮਹਾਰਾਜ ਨੇ ਪਾਉਂਟਾ ਸਾਹਿਬ ਰੱਖ ਦਿੱਤਾ। ਕਹਿੰਦੇ ਵੀ ਫਿਰ ਇਹ ਕੋਈ ਗੁਪਤ ਗੱਲ ਨਹੀਂ ਰਹੀ, ਸਭ ਦੇਸ਼ਾਂ ਦੇ ਵਿੱਚ ਹੀ ਪ੍ਰਗਟ ਹੋ ਗਿਆ। ਅੱਜ ਵੀ ਉਹ ਪਾਉਂਟਾ ਸਾਹਿਬ ਪ੍ਰਗਟ ਪ੍ਰਤਾਖੀ ਹੈ। ਜਮਨਾ ਦੇ ਕੰਢੇ ਦੇ ਗੁਰੂ ਕਲਗੀਧਰ ਸਾਹਿਬ ਦਾ ਵਰੋਸਾਇਆ ਹੋਇਆ ਨਗਰ, ਜਿੱਥੇ ਮਹਾਰਾਜ ਨੇ ਦਸਮ ਗ੍ਰੰਥ ਦੀ ਬਹੁਤ ਬਾਣੀ ਲਿਖੀ, ਉਚਾਰੀ। ਉਹ ਅੱਗੇ ਪ੍ਰਸੰਗ ਆਉਣਗੇ ਵੀ ਮਹਾਰਾਜ ਉਹ ਬਾਣੀ ਉਚਾਰਦੇ ਹੁੰਦੇ ਸਨ ਜਮਨਾ ਦੇ ਕੰਢੇ 'ਤੇ ਬਹਿ ਕੇ। ਕਲਗੀਧਰ ਸਾਹਿਬ ਨੇ ਇੱਥੇ ਹੀ ਅਕਾਲ ਉਸਤਤ ਉਚਾਰੀ, ਇੱਥੇ ਬੇਅੰਤ ਬਾਣੀਆਂ ਮਹਾਰਾਜ ਨੇ ਉਚਾਰੀਆਂ। ਭਾਈ ਮਨੀ ਸਿੰਘ ਜੀ ਲਿਖਦੇ ਹੀ ਜਾਂਦੇ ਹੁੰਦੇ ਸਨ ਆਨੰਦ ਦੇ ਵਿੱਚ। ਸੋ ਮਹਾਰਾਜ ਸਾਹਿਬ ਜੀ ਨੇ ਇੱਥੇ 52 ਫਿਰ ਕਵੀ ਵੀ ਰੱਖੇ, ਜਿਹੜੇ ਨਿੱਤ ਹੀ ਮਹਾਰਾਜ ਨੂੰ ਨਵੀਆਂ ਨਵੀਆਂ ਕਵਿਤਾਵਾਂ ਜਿਹੜੀਆਂ ਪੜ੍ਹ ਕੇ ਸੁਣਾਉਂਦੇ, ਮਹਾਰਾਜ ਉਹਨਾਂ ਨੂੰ ਵੀ ਇਨਾਮ ਬਖਸ਼ਿਸ਼ਾਂ ਵੰਡਦੇ ਸਨ। ਇਹ ਮਹਾਰਾਜ ਦੀ ਖੇਡਾਂ ਕੌਤਕ, ਇਹ ਪ੍ਰਸੰਗ ਆਉਣ ਵਾਲੇ ਦਿਨਾਂ 'ਚ ਆਪਾਂ ਮਹਾਰਾਜ ਦੀ ਕਿਰਪਾ ਨਾਲ ਸਰਵਣ ਕਰਦੇ ਹੀ ਜਾਵਾਂਗੇ। ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਨੂੰ ਵਿਚਾਰਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਨੇ। ਇਸੇ ਪ੍ਰਸੰਗ ਦੀ ਸਮਾਪਤੀ ਹੈ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਿੰਦ ਹੈ, ਬਖਸ਼ਣਹਾਰ ਹੈ, ਬਖਸ਼ ਲੈਣਾ। ਅਗਲਾ ਪ੍ਰਸੰਗ ਰਾਮ ਰਾਏ ਦੇ ਨਾਲ ਗੁਰੂ ਸਾਹਿਬ ਦੇ ਸਿੱਖਾਂ ਦਾ ਮੇਲ ਮਿਲਾਪ, ਮਹਾਰਾਜ ਨਾਲ ਮੇਲ ਮਿਲਾਪ ਦੇ ਲਈ ਜਿਵੇਂ ਵਿਉਂਤਬੰਦੀ ਹੁੰਦੀ ਹੈ, ਉਹ ਆਪਾਂ ਸਰਵਣ ਕਰਾਂਗੇ। ਆਓ ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਿਮਰਨ ਵਿੱਚ ਜੁੜੀਏ। ਆਨੰਦਪੁਰ ਤੇ ਆਏ, ਨਾਮ ਧਰਿਓ ਏਮ ਪਾਵਟਾ, ਸਭ ਦੇਸ਼ਨ ਪ੍ਰਗਟਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समराथ अगम पूरन मोहे मया, अंधकूप महापयान। नानक पारे उतारे आए, प्रभु शरणागति। एक अखर हर मन बसत, नानक होत नेह। वाहिगुरु नाम जहाज है, चढ़े सो तरे। जो शरदा कर सेवंद, वाहिगुरु पारे उतार।
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।